ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ। ਅਸੀਂ ਰੁਲਦੇ ਫਿਰਦੇ ਸਾਂ ਤੇ ਹੁਣ ਸਾਨੂੰ ਯਿਸੂ ਮਿਲਿਆ ਏ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ। ਅਸੀਂ ਲੱਭਦੇ ਫਿਰਦੇ ਸਾਂ ਖੁਦਾ ਦੀਆਂ ਸੱਚੀਆਂ ਰਾਹਾਂ ਨੂੰ। ਖੁਦਾ ਦੀਆਂ ਸੱਚੀਆਂ ਰਾਹਾਂ ਨੂੰ, ਖੁਦਾ ਦੀਆਂ ਸੱਚੀਆਂ ਰਾਹਾਂ ਨੂੰ। ਅਸੀਂ ਨਿਤ ਤਰਸੇ ਰਹਿੰਦੇ ਸਾਂ ਪਿਆਰ ਦੀਆਂ ਠੰਡੀਆਂ ਛਾਵਾਂ ਨੂੰ। ਪਿਆਰ ਦੀਆਂ ਠੰਡੀਆਂ ਛਾਵਾਂ ਨੂੰ, ਪਿਆਰ ਦੀਆਂ ਠੰਡੀਆਂ ਛਾਵਾਂ ਨੂੰ। ਪਿਆਰ ਦੀਆਂ ਠੰਡੀਆਂ ਛਾਵਾਂ ਨੂੰ ਸਾਨੂੰ ਸੱਚੀ ਜ਼ਿੰਦਗੀ ਦਾ ਖੁਦਾ ਨੇ ਰਸਤਾ ਦੱਸਿਆ ਏ। ਸੱਚੀ ਜ਼ਿੰਦਗੀ ਦਾ ਖੁਦਾ ਨੇ ਰਸਤਾ ਦੱਸਿਆ ਏ। ਅਸੀਂ ਰੁਲਦੇ ਫਿਰਦੇ ਸਾਂ ਤੇ ਹੁਣ ਸਾਨੂੰ ਯਿਸੂ ਮਿਲਿਆ ਏ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ। ਜਿਨ੍ਹਾਂ ਨੂੰ ਮਾਫੀ ਮਿਲ ਗਈ ਏ ਉਹਨਾਂ ਦੇ ਭਾਗ ਜਾਗੇ ਨੇ। ਭਾਗ ਜਾਗੇ ਨੇ, ਉਹਨਾਂ ਦੇ ਭਾਗ ਜਾਗੇ ਨੇ। ਅੱਖਾਂ ਵਿੱਚ ਖੁਸ਼ੀਆਂ ਵਸੀਆਂ ਨੇ ਦਿਲਾਂ ਵਿੱਚ ਚਾਨਣ ਹੋ ਗਏ ਨੇ। ਦਿਲਾਂ ਵਿੱਚ ਚਾਨਣ ਹੋ ਗਏ ਨੇ, ਦਿਲਾਂ ਵਿੱਚ ਚਾਨਣ ਹੋ ਗਏ ਨੇ। ਦਿਲਾਂ ਵਿੱਚ ਚਾਨਣ ਹੋ ਗਏ ਨੇ। ਵੇਖੋ ਜੀ ਰੱਬ ਦਾ ਪਿਆਰ ਕਿ ਜਿਹੜਾ ਸਭ ਤੋਂ ਵੱਖਰਾ ਏ। ਦੇਖੋ ਜੀ ਰੱਬ ਦਾ ਪਿਆਰ ਕਿ ਜਿਹੜਾ ਸਭ ਤੋਂ ਵੱਖਰਾ ਏ। ਅਸੀਂ ਰੁਲਦੇ ਫਿਰਦੇ ਸਾਂ ਤੇ ਹੁਣ ਸਾਨੂੰ ਯਿਸੂ ਮਿਲਿਆ ਏ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ। ਹੁਣ ਚਾਰ ਚੁਫੇਰੇ ਖੁਸ਼ੀਆਂ ਦੇ ਫੁੱਲ ਸਜਰੇ ਖਿੜ ਗਏ ਨੇ। ਸੱਜਰੇ ਖਿੜ ਗਏ ਨੇ, ਆ ਫੁੱਲ ਸੱਜਰੇ ਖਿੜ ਗਏ ਨੇ। ਅਰਸ਼ਾਂ ਦੇ ਵਾਰਿਸ ਹੋ ਗਏ ਨੇ ਜਿਹੜੇ ਕਦਮੀ ਲੱਗ ਗਏ ਨੇ। ਕਦਮੀ ਲੱਗ ਗਏ ਨੇ, ਯਿਸੂ ਦੇ ਕਦਮੀ ਲੱਗ ਗਏ ਨੇ। ਉਹ ਜਿਹੜੇ ਕਦਮੀ ਲੱਗ ਗਏ ਨੇ ਸਾਡੇ ਉਜੜਿਆਂ ਬਾਗਾਂ ਨੂੰ ਯਿਸੂ ਨੇ ਆਣ ਬਸਾਇਆ ਏ। ਜਿਹੜਿਆਂ ਬਾਗਾਂ ਨੂੰ ਯਿਸੂ ਨੇ ਆਣ ਵਸਾਇਆ ਏ। ਓ ਰੁਲਦੇ ਫਿਰਦੇ ਸਾਂ ਤੇ ਹੁਣ ਸਾਨੂੰ ਯਿਸੂ ਮਿਲਿਆ ਏ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ। ਇਜ਼ਰਾਈਲ ਦੇ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦੇ ਹੋਏ ਤੁਹਾਡੇ ਚਰਨਾਂ ਵਿੱਚ ਆਉਂਦੇ। ਪਰਮੇਸ਼ਵਰ, ਤੁਸੀਂ ਜੁਗੋ ਜੁਗ ਅਟਲ ਹੋ। ਤੁਸੀਂ ਆਦ, ਤੁਸੀਂ ਅੰਤ, ਤੁਸੀਂ ਅਲਫਾ, ਤੁਸੀਂ ਓਮੇਗਾ।
ਪਰਮੇਸ਼ਵਰ ਪ੍ਰਾਰਥਨਾ ਕਰਦੇ ਕਿ ਤੁਹਾਡੀ ਆਤਮਾ ਦੀ ਸ਼ਕਤੀ ਪ੍ਰਭੂ ਪਰਮਾਤਮਾ ਉਹਨਾਂ ਸਭਨਾਂ ਉੱਤੇ ਆਵੇ ਜੋ ਤੁਹਾਡੇ ਬਚਨਾਂ ਨੂੰ ਸੁਣਦੇ। ਪਵਿੱਤਰ ਆਤਮਾ ਉਹਨਾਂ ਨੂੰ ਛੂਏ। ਪਵਿੱਤਰ ਆਤਮਾ ਸ਼ਾਂਤੀ ਲੈ ਕੇ ਤੰਦੁਰਸਤੀ ਲੈ ਕੇ ਆਵੇ। ਪਰਮੇਸ਼ਵਰ ਜਿੰਨੇ ਵੀ ਸੁਣਦੇ ਸਾਰਿਆਂ ਨੂੰ ਬਰਕਤ ਦੇਣੀ। हे ਪਰਮੇਸ਼ਵਰ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਣਾ। ਉਹਨਾਂ ਦੀਆਂ ਬਿਮਾਰੀਆਂ ਦੁੱਖਾਂ ਨੂੰ ਦੂਰ ਕਰਨਾ। ਜਿੱਥੇ ਬੇਚੈਨੀ ਉੱਥੇ ਤੁਹਾਡੀ ਸ਼ਾਂਤੀ ਆਵੇ। ਇਹ ਚੀਜ਼ਾਂ ਅਸੀਂ ਜੀਸਸ ਦੇ ਨਾਮ ਵਿੱਚ ਮੰਗਦੇ। हे ਪਰਮੇਸ਼ਵਰ ਜੀਸਸ ਤੁਹਾਡੇ ਬਚਨ ਸੱਚੇ ਤਾਂ ਤੁਹਾਡੇ ਬਚਨ ਪੱਕੇ। ਅਸੀਂ ਤੁਹਾਡੇ ਬਚਨਾਂ ਤੇ ਖੜੇ ਹਾਂ ਜਾਣਦੇ ਹੋਏ ਕਿ ਤੁਸੀਂ ਵਫਾਦਾਰ ਪਰਮੇਸ਼ਵਰ ਜੋ ਆਪਣੇ ਬਚਨਾਂ ਨੂੰ ਪੂਰਾ ਕਰ ਸਕਦੇ। ਪ੍ਰਭੂ ਇਹ ਮੀਟਿੰਗ ਅਸੀਂ ਤੁਹਾਡੇ ਹੱਥਾਂ ਵਿੱਚ ਦਿੰਦੇ ਹਾਂ ਜੀਸਸ ਨਾਮ ਦੁਆਰਾ ਆਮੀਨ। ਅਸੀਂ ਤੀਮਾਂ ਜ਼ਬੂਰ ਪੜਾਂਗੇ। हे ਯਹੋਵਾ ਮੈਂ ਤੇਰੀ ਵਡਿਆਈ ਕਰਾਂਗਾ ਕਿਉਂ ਜੋ ਤੈਂ ਮੈਨੂੰ ਉਤਾਂ ਖਿੱਚਿਆ ਅਤੇ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਆਨੰਦ ਨਾ ਹੋਣ ਦਿੱਤਾ। हे ਯਹੋਵਾ ਮੇਰੇ ਪਾਤਸ਼ਾਹ ਮੈਂ ਤੇਰੀ ਦੁਹਾਈ ਦਿੱਤੀ ਅਤੇ ਤੈਂ ਮੈਨੂੰ ਚੰਗਿਆਂ ਕੀਤਾ। हे ਯਹੋਵਾ ਤੈਂ ਮੇਰੀ ਜਾਨ ਨੂੰ ਪਤਾਲੋਂ ਉਠਾ ਲਿਆ ਹੈ। ਤੈਂ ਮੈਨੂੰ ਜਿਉਂਦਿਆਂ ਰੱਖਿਆ ਹੈ ਭਈ ਮੈਂ ਗੌਰ ਵਿੱਚ ਨਾ ਉਤਰ ਜਾਵਾਂ। हे ਯਹੋਵਾ ਦੇ ਸੰਤੋ ਉਹਦੇ ਗੁਣ ਗਾਓ ਅਤੇ ਉਹਦੀ ਪਵਿੱਤਰਤਾ ਚੇਤੇ ਰੱਖ ਕੇ ਉਹਦਾ ਧੰਨਵਾਦ ਕਰੋ। ਉਹਦਾ ਕ੍ਰੋਧ ਪਲ ਭਰਦਾ ਹੈ ਪਰ ਉਹਦੀ ਕਿਰਪਾ ਜੀਵਨ ਭਰਦੀ ਹੈ। ਭਾਵੇਂ ਰੋਣਾ ਰਾਤ ਨੂੰ ਟਿਕੇ ਪਰ ਸਵੇਰ ਨੂੰ ਜੈ ਜੈਕਾਰ ਹੋਵੇਗੀ। ਮੈਂ ਤਾਂ ਆਪਣੀ ਭਾਗਵਾਨੀ ਦੇ ਵੇਲੇ ਆਖਿਆ ਸੀ ਭਈ ਮੈਂ ਕਦੇ ਨਹੀਂ ਡੋਲਾਂਗਾ। हे ਯਹੋਵਾ ਤੈਂ ਆਪਣੀ ਕਿਰਪਾ ਦੇ ਨਾਲ ਮੇਰੇ ਪਹਾੜ ਨੂੰ ਸਥਿਰ ਰੱਖਿਆ। ਤੈਂ ਆਪਣਾ ਮੁਖ ਲੁਕਾਇਆ ਮੈਂ ਘਬਰਾਇਆ। हे ਯਹੋਵਾ ਮੈਂ ਤੈਨੂੰ ਪੁਕਾਰਿਆ ਅਤੇ ਪ੍ਰਭੂ ਅੱਗੇ ਮੈਂ ਇਹ ਅਰਜ਼ੋਈ ਕੀਤੀ ਭਈ ਮੇਰੇ ਲਹੂ ਦਾ ਕੀ ਲਾਭ ਹੈ ਜਦੋਂ ਮੈਂ ਗੌਰ ਵਿੱਚ ਉਤਰ ਜਾਵਾਂ। ਭਲਾ ਖਾਕ ਤੇਰਾ ਧੰਨਵਾਦ ਕਰੇਗੀ ਭਲਾ ਉਹ ਤੇਰੀ ਸੱਚਾਈ ਦੱਸੇਗੀ। हे ਯਹੋਵਾ ਸੁਣ ਮੇਰੇ ਉੱਤੇ ਦਇਆ ਕਰ। हे ਯਹੋਵਾ ਤੂੰ ਮੇਰਾ ਸਹਾਇਕ ਹੋ। ਤੈਂ ਮੇਰੇ ਪਿੱਟਣ ਨੂੰ ਨੱਚਣ ਨਾਲ ਵਟਾ ਦਿੱਤਾ। ਤੈਂ ਮੇਰਾ ਤੱਪੜ ਲਾ ਕੇ ਆਨੰਦ ਦਾ ਕਮਰ ਕਸਾ ਬੱਧਾ ਭਈ ਮੇਰੀ ਜਾਨ ਤੇਰੀ ਉਸਤਤ ਗਾਵੇ ਅਤੇ ਚੁੱਪ ਨਾ ਰਹੇ। हे ਯਹੋਵਾ ਮੇਰੇ ਪਰਮੇਸ਼ਵਰ ਮੈਂ ਸਦਾ ਤੇਰਾ ਧੰਨਵਾਦ ਕਰਾਂਗਾ। ਆਮੀਨ।
ਆਮੀਨ। ਰੋਮੀਓ ਦਾ ਤੀਸਰਾ ਅਧਿਆਇ। ਰੋਮ ਦੇ ਚਰਚ ਦੇ ਵਿੱਚ ਕਈ ਯਹੂਦੀ ਅਤੇ ਪਰਾਈਆਂ ਕੌਮਾਂ ਦੇ ਲੋਕ ਸੀ। ਤਾਂ ਸੰਤ ਇਸ ਅਧਿਆਇ ਦੇ ਵਿੱਚ ਸਾਨੂੰ ਦੱਸਦੇ ਆ ਕਿ ਸਾਰਾ ਸੰਸਾਰ ਪਰਮੇਸ਼ਵਰ ਕਰਤਾ ਦੇ ਮੂਹਰੇ ਦੋਸ਼ੀ ਆ ਕਿ ਸਾਰਿਆਂ ਨੇ ਪਾਪ ਕੀਤਾ। ਅਤੇ ਤੀਸਰੇ ਅਧਿਆਇ ਵਿੱਚ ਸਾਨੂੰ ਦੱਸਿਆ ਜਾਂਦਾ ਕਿ ਰੱਬ ਸਾਡੇ ਲਈ ਰਾਹ ਬਣਾਉਂਦਾ ਕਿ ਅਸੀਂ ਰੱਬ ਦੇ ਗੁੱਸੇ ਤੋਂ, ਰੱਬ ਦੇ ਕ੍ਰੋਧ ਤੋਂ, ਰੱਬ ਦੇ ਨਿਆਂ ਤੋਂ ਬਚ ਸਕਦੇ ਹਾਂ। ਤੁਸੀਂ ਪੜ੍ਹਦੇ ਆ ਸੰਤ ਸਾਡਾ ਕੀ ਲਿਖਦਾ, ਸੋ ਯਹੂਦੀ ਦਾ ਕੀ ਵਾਅਦਾ, ਸੁन्नत ਦਾ ਕੀ ਲਾਭ ਹੈ, ਹਰ ਪ੍ਰਕਾਰ ਕਰਕੇ ਬਹੁਤ। ਪਹਿਲਾ ਤਾਂ ਕਿਉਂ ਜੋ ਪਰਮੇਸ਼ਵਰ ਦੀਆਂ ਬਾਣੀਆਂ ਉਹਨਾਂ ਨੂੰ ਸੌਂਪੀਆਂ ਗਈਆਂ ਕਿ ਜਿਹੜੇ ਯਹੂਦੀ ਆ ਉਹਨਾਂ ਦਾ ਕੀ ਲਾਭ ਆ, ਅਤੇ ਜਿਹੜੇ ਉਹ ਸੁन्नत ਕਰਦੇ ਆ ਉਹਦਾ ਕੀ ਫਾਇਦਾ। ਯਹੂਦੀਆਂ ਦੇ ਕੋਲ ਰੱਬ ਦੇ ਹੁਕਮ ਆਏ। ਯਹੂਦੀਆਂ ਨੂੰ ਪਰਮੇਸ਼ਵਰ ਨੇ ਖਤਨਾ ਜਾਂ ਸੁन्नत ਦੀ ਰੀਤ ਦਿੱਤੀ। ਯਹੂਦੀ ਇਬਰਾਹਿਮ ਦੀ ਔਲਾਦ ਸੀ ਅਤੇ ਯਹੂਦੀਆਂ ਕੋਲ ਪਰਮੇਸ਼ਵਰ ਦੇ ਬਚਨ ਆਏ। ਇਹ ਬਚਨ ਮੋਸਿਸ ਦੁਆਰਾ ਅਤੇ ਪੈਗੰਬਰਾਂ ਦੁਆਰਾ ਇਹ ਬਚਨ ਯਹੂਦੀਆਂ ਕੋਲ ਆਏ ਅਤੇ ਇਹਨਾਂ ਬਚਨਾਂ ਦੇ ਵਿੱਚ ਪਰਮੇਸ਼ਵਰ ਨੇ ਆਪਣੇ ਪੁੱਤ ਜੀਸਸ ਬਾਰੇ ਭਵਿੱਖਬਾਣੀਆਂ ਦਸੀਆਂ ਅਤੇ ਕੀਤੀਆਂ ਅਤੇ ਦੱਸਿਆ ਕਿ ਇੱਕ ਦਿਨ ਉਹਦਾ ਪੁੱਤ ਜੀਸਸ ਪ੍ਰਗਟ ਹੋਵੇਗਾ ਜੋ ਕਿ ਕੁਆਰੀ ਦੇ ਪੇਟੋਂ ਜਨਮੇਗਾ। ਸੋ ਯਹੂਦੀਆਂ ਕੋਲ ਰੱਬ ਦਾ ਨੇਮ, ਯਹੂਦੀ ਇਬਰਾਹਿਮ ਦੀ ਔਲਾਦ, ਯਹੂਦੀਆਂ ਕੋਲ ਪਰਮੇਸ਼ਵਰ ਦੇ ਬਚਨ ਸੀ। ਤੁਸੀਂ ਕਹਾਂ ਪੜ੍ਹਦੇ ਆ ਤੀਸਰਾ ਅਧਿਆਇ ਐਦ ਕੀ ਕਹਿੰਦੀ ਆ, ਫੇਰ ਭਾਵੇਂ ਕਈ ਬੇਵਫਾ ਨਿਕਲੇ ਤਾਂ ਕੀ ਹੋਇਆ, ਭਲਾ ਉਹਨਾਂ ਦੀ ਬੇਵਫਾਈ ਪਰਮੇਸ਼ਵਰ ਦੀ ਵਫਾਦਾਰੀ ਨੂੰ ਵਿਅਰਥਾ ਕਰ ਸਕਦੀ ਹੈ। ਯਹੂਦੀਆਂ ਨੇ ਜੀਸਸ ਨੂੰ ਨਹੀਂ ਮੰਨਿਆ। ਬਾਈਬਲ ਦੱਸਦੀ ਉਹ ਆਪਣਿਆਂ ਕੋਲ ਆਇਆ ਅਤੇ ਆਪਣਿਆਂ ਨੇ ਉਹਨੂੰ ਕਬੂਲ ਨਹੀਂ ਕੀਤਾ। ਥੋੜੇ ਅੱਜ ਨਹੀਂ ਮੰਨਿਆ ਕਿ ਉਹ ਪਰਮੇਸ਼ਵਰ ਦਾ ਬੇਟਾ। ਪਰ ਕਈ ਯਹੂਦੀਆਂ ਨੇ ਯਕੀਨ ਨਹੀਂ ਕੀਤਾ, ਨਾ ਮੰਨਿਆ ਕਿ ਜੀਸਸ ਨੈਜ਼ਰਤ ਦਾ, ਉਹਨਾਂ ਦਾ ਮਸਾਇਆ, ਉਹਨਾਂ ਦਾ ਪਰਮੇਸ਼ਵਰ ਦਾ ਬੇਟਾ ਕਿ ਉਹਨਾਂ ਦੇ ਵਿੱਚ ਆ, ਉਹਨਾਂ ਦੇ ਗੱਭੇ ਆ, ਉਹਨੂੰ ਕਬੂਲ ਨਹੀਂ ਕੀਤਾ। ਚਾਹੇ ਉਹਨੇ ਜੀਸਸ ਦੀਆਂ ਕਰਾਮਾਤਾਂ ਦੇਖੀਆਂ, ਸ਼ਕਤੀਆਂ ਦੇਖੀਆਂ, ਉਹਦੇ ਬਚਨਾਂ ਨੂੰ ਸੁਣਿਆ ਵੀ, ਤਾਂ ਵੀ ਉਹਨੇ ਯਕੀਨ ਨਹੀਂ ਕੀਤਾ ਕਿ ਉਹ ਪਰਮੇਸ਼ਵਰ ਦਾ ਬੇਟਾ ਆ। ਚਾਹੇ ਉਹ ਬੇਵਫਾਦਾਰ ਨਿਕਲੇ, ਚਾਹੇ ਉਹਨਾਂ ਦੇ ਪੈਗੰਬਰਾਂ ਦੀਆਂ ਲਿਖਾਈਆਂ 'ਚ ਲਿਖਿਆ ਗਿਆ ਜੀਸਸ ਬਾਰੇ ਉਹਨੇ ਨਹੀਂ ਮੰਨਿਆ ਕਿ ਜੀਸਸ ਉਹ ਆ ਜਿਹਦੇ ਬਾਰੇ ਪੈਗੰਬਰਾਂ ਨੇ ਗਵਾਹੀਆਂ ਭਰੀਆਂ। ਪਰ ਸਾਡੀ ਬੇਵਫਾਦਾਰੀ, ਯਹੂਦੀਆਂ ਦੀ ਬੇਵਫਾਦਾਰੀ ਪਰਮੇਸ਼ਵਰ ਦੀ ਵਫਾਦਾਰੀ ਨੂੰ ਨਾਸ਼ ਨਹੀਂ ਕਰ ਸਕਦੀ। ਆਦਮੀ ਚਾਹੇ ਮੰਨੇ ਜਾਂ ਨਾ ਮੰਨੇ, ਪਰਮੇਸ਼ਵਰ ਵਫਾਦਾਰ ਆ। ਜੋ ਉਹਨੇ ਕਿਹਾ ਉਹ ਪਰਮੇਸ਼ਵਰ ਕਰੂ, ਚਾਹੇ ਇਨਸਾਨ ਮੰਨੇ ਚਾਹੇ ਇਨਸਾਨ ਨਾ ਮੰਨੇ। ਪਰਮੇਸ਼ਵਰ ਇਨਸਾਨ ਨਹੀਂ ਆ ਕਿ ਉਹ ਝੂਠ ਬੋਲੇ, ਉਹ ਆਪਣੇ ਬਚਨਾਂ ਦਾ ਵਫਾਦਾਰ ਆ। ਜੀਸਸ ਨੇ ਕਿਹਾ ਕਿ ਜ਼ਮੀਨ ਸਵਰਗ ਆਪਣੀ ਜਗ੍ਹਾ ਤੋਂ ਹਿਲ ਸਕਦੇ ਆ ਪਰ ਉਹਦੇ ਬਚਨ ਨਹੀਂ ਹਿਲ ਸਕਦੇ। ਚੌਥੀ ਐਤ ਦੱਸਦੀ, ਸਗੋਂ ਪਰਮੇਸ਼ਵਰ ਸੱਚਾ ਠਹਿਰੇ। ਰੱਬ ਦੇ ਵਿੱਚ ਕੋਈ ਹਨੇਰਾ ਨਹੀਂ, ਪਰਮੇਸ਼ਵਰ ਵਿੱਚ ਕੋਈ ਪਾਪ ਨਹੀਂ, ਪਰਮੇਸ਼ਵਰ ਵਿੱਚ ਕੋਈ ਗੁਨਾਹ ਨਹੀਂ ਹੈ ਕਿ ਰੱਬ ਹਮੇਸ਼ਾ ਸੱਚ ਆ। ਜੋ ਵੀ ਉਹ ਕਹਿੰਦਾ ਸੱਚ, ਉਹਦੇ ਨਿਆਂ ਸੱਚ, ਉਹਦੇ ਬਚਨ ਸੱਚ। ਕੀ ਕਹਿੰਦਾ, ਸਗੋਂ ਪਰਮੇਸ਼ਵਰ ਸੱਚਾ ਠਹਿਰੇ, ਹਰ ਮਨੁੱਖ ਝੂਠਾ। ਜਿਵੇਂ ਲਿਖਿਆ ਹੋਇਆ ਹੈ, ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇ, ਆਪਣੇ ਨਿਆਂ ਵਿੱਚ ਜਿੱਤ ਜਾਵੇ। ਧਿਆਨ ਨਾਲ ਸੁਣਿਓ, 5ਵੀਂ ਐਤ ਕੀ ਕਹਿੰਦੀ ਆ, 6ਵੀਂ 7ਵੀਂ ਐਤ ਕੀ ਕਹਿੰਦੀ ਆ, ਪਰ ਜੇ ਸਾਡਾ ਕੁਧਰਮ ਪਰਮੇਸ਼ਵਰ ਦੇ ਧਰਮ ਨੂੰ ਪ੍ਰਗਟ ਕਰਦਾ ਹੈ ਤਾਂ ਕੀ ਆਖੀਏ, ਜੇ ਮੇਰੇ ਪਾਪ
ਪਰਮੇਸ਼ਵਰ ਦੀ ਪਵਿੱਤਰਤਾ ਇਜ਼ਾਹਰ ਕਰਦੀ ਆ, ਤਾਂ ਅਸੀਂ ਕੀ ਕਹਿ ਸਕਦੇ ਹਾਂ? ਭਲਾ ਪਰਮੇਸ਼ਵਰ ਅਨਿਆਈ ਹੈ ਜਿਹੜਾ ਕ੍ਰੋਧ ਪਾਉਂਦਾ ਹੈ? ਮੈਂ ਲੋਕਾਂ ਵਾਂਗੂ ਆਖਦਾ, ਸੰਤ ਕਹਿੰਦਾ ਮੈਂ ਆਮ ਬੰਦਿਆਂ ਵਾਂਗੂ ਗੱਲ ਕਰਦਾ ਕਿ ਜੇ ਮੇਰੇ ਪਾਪ ਰੱਬ ਦੀ ਪਵਿੱਤਰਤਾ ਇਜ਼ਾਹਰ ਕਰਦੀ ਆ, ਤਾਂ ਫਿਰ ਪਰਮੇਸ਼ਵਰ ਦਾ ਕ੍ਰੋਧ, ਉਹਦਾ ਨਿਯਮ ਮੇਰੇ ਤੇ ਕਿਉਂ ਆਉਂਦਾ? ਫਿਰ ਸੰਤ ਕਹਾਂ ਕਹਿੰਦਾ 6ਵੀਂ ਹੈ, ਤਾਂ ਫਿਰ ਪਰਮੇਸ਼ਵਰ ਦਾ ਜਗਤ ਦਾ ਨਿਆਂ ਕਿੱਦਾਂ ਕਰੂੰਗਾ? ਪਰ ਜੇ ਪਰਮੇਸ਼ਵਰ ਦਾ ਧਰਮ ਮੇਰੇ ਕੋ ਧਰਮ ਕਰਕੇ ਉਹਦੀ ਵਡਿਆਈ ਵਾਫਰ ਕਰਦਾ ਹੈ, ਤਾਂ ਕਾਲ ਨੂੰ ਮੈਂ ਅਜੇ ਤੱਕ ਪਾਪੀ ਵਾਂਗੂ ਦੋਸ਼ੀ ਠਹਿਰਾਇਆ ਜਾਂਦਾ ਆ। ਜੇ ਮੇਰੀ ਬੁਰੀਆਈ ਪਰਮੇਸ਼ਵਰ ਦੀ ਚੰਗਿਆਈ ਜ਼ਾਹਰ ਕਰਦੀ ਆ, ਮੇਰੇ ਪਾਪ ਪਰਮੇਸ਼ਵਰ ਦੀ ਪਵਿੱਤਰਤਾ ਜ਼ਾਹਰ ਕਰਦੀ ਆ, ਤਾਂ ਫਿਰ ਰੱਬ ਮੇਰਾ ਨਿਆਂ ਕਿੱਦਾਂ ਕਰੂੰਗਾ? ਜਗਤ ਦਾ ਨਿਆਂ ਕਿੱਦਾਂ ਕਰੂੰਗਾ? ਮੈਂ ਕਹੂੰਗਾ ਰੱਬ ਜੇ ਮੇਰੀ ਬੁਰੀਆਈ ਤੇਰੀ ਪਵਿੱਤਰਤਾ ਨੂੰ ਜ਼ਾਹਰ ਕਰਦੀ ਆ, ਤਾਂ ਮੇਰਾ ਨਿਆਂ ਕਾਹਦੇ ਲਈ ਕੀਤਾ ਜਾਂਦਾ? ਕਹਿਣ ਦਾ ਕੀ ਭਾਵ ਕਿ ਪਰਮੇਸ਼ਵਰ ਦੀ ਪਵਿੱਤਰਤਾ ਕਿੱਦਾਂ ਜ਼ਾਹਰ ਹੁੰਦੀ ਆ? ਜਦੋਂ ਮੈਂ ਪਾਪ ਕਰਦਾ ਜਾਂ ਜਦੋਂ ਮੈਂ ਗੁਨਾਹ ਕਰਦਾ, ਉਹ ਇਸ ਕਰਕੇ ਮੈਂ ਡਿੱਗ ਪਿਆ, ਉਹ ਨਹੀਂ ਡਿੱਗਿਆ। ਸੋ ਮੇਰੇ ਪਾਪ ਜ਼ਾਹਰ ਕਰਦੇ ਕਿ ਮੈਂ ਤਾਂ ਡਿੱਗ ਪਿਆ, ਪਰ ਉਹਦੀ ਪਵਿੱਤਰਤਾ ਹੀ ਸੂਰਜ ਵਾਂਗੂ ਚਮਕਦੀ, ਉਹ ਨਹੀਂ ਡਿੱਗਿਆ। ਮੈਂ ਬੁਰੀਆਈ ਕੀਤੀ, ਪਰ ਉਹਨ ਬੁਰੀਆਈ ਨਹੀਂ ਕੀਤੀ, ਉਹਦਾ ਸੂਰਜ ਹਜੇ ਵੀ ਚਮਕਦਾ, ਉਹਦੇ ਵਿੱਚ ਕੋਈ ਹਨੇਰਾ ਨਹੀਂ, ਉਹਦੇ ਵਿੱਚ ਕੋਈ ਪਾਪ ਨਹੀਂ ਆ, ਉਹ ਨਹੀਂ ਡਿੱਗਿਆ, ਮੈਂ ਡਿੱਗ ਗਿਆ। ਉਹਨੇ ਨਹੀਂ ਬੁਰੀਆਈ ਕੀਤੀ, ਮੈਂ ਕੀਤੀ। ਸੋ ਜਦੋਂ ਮੈਂ ਡਿੱਗਦਾ, ਬੁਰੀਆਈ ਕਰਦਾ, ਜ਼ਾਹਰ ਕਰਦਾ, ਮੈਂ ਪਾਪੀ ਆ, ਦੋਸ਼ੀ ਆ, ਰੱਬ ਨਿਰਦੋਸ਼ ਆ, ਰੱਬ ਪਵਿੱਤਰ ਆ। ਸੋ ਸੰਤ ਦੇ ਕਹਿਣ ਦਾ ਮਤਲਬ ਇਹ ਸੀ ਕਿ ਮੇਰੇ ਕੋ ਧਰਮ ਦੁਆਰਾ ਰੱਬ ਦਾ ਧਰਮ ਪ੍ਰਗਟ ਹੁੰਦਾ ਹੈ, ਕਿ ਮੇਰੇ ਪਾਪ ਦੁਆਰਾ ਦੇਖਿਆ ਜਾਂਦਾ ਕਿ ਮੈਂ ਨਕੰਮਾ ਆ, ਮੈਂ ਡਿੱਗ ਪਿਆ। ਰੱਬ ਨਹੀਂ ਡਿੱਗਿਆ। ਕਿ ਮੈਂ ਗੁਨਾਹ ਕੀਤਾ, ਉਹਨੇ ਨਹੀਂ ਕੀਤਾ। ਸੋ ਗਾਹਾਂ ਅਸੀਂ ਪੜ੍ਹਦੇ 8ਵੀਂ ਆਇਤ, ਅਤੇ ਕਿਉਂ ਨਾ ਬੋਲੀਏ ਜਿਵੇਂ ਸਾਡੇ ਉੱਤੇ ਦੋਸ਼ ਲਾਇਆ ਜਾਂਦਾ ਹੈ, ਜਿਵੇਂ ਕਈ ਆਖਦੇ ਹਨ, ਜੋ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ ਕਿ ਆਓ ਬੁਰੀਆਈ ਕਰੀਏ ਭਈ ਇਸ ਤੋਂ ਭਲਾਈ ਨਿਕਲੇ, ਇਹੋ ਜਿਹਾ ਉੱਤੇ ਦੰਡ ਦੀ ਆਗਿਆ ਯਥਾਰਥ ਆ। ਲੋਕੀ ਹਮੇਸ਼ਾ ਕਈ ਵਾਰੀ ਗਲਤ ਸਮਝਦੇ ਆ, ਗਲਤ ਮੈਨਾ ਉਠਾਉਂਦੇ ਆ। ਸੰਤ ਕਹਿੰਦਾ ਜਿਹਦਾ ਕਈ ਲੋਕੀ ਸਾਡੇ ਤੇ ਦੋਸ਼ ਲਾਉਂਦੇ, ਉਹ ਸਾਡਾ ਪ੍ਰਚਾਰ ਸਮਝਦੇ ਨਹੀਂ, ਕਿ ਉਹ ਸਾਡੇ ਉੱਤੇ ਦੋਸ਼ ਲਾਉਂਦੇ ਆ ਕਿ ਆਓ ਆਪਾਂ ਬੁਰੇ ਕੰਮ ਕਰੀਏ ਤਾਂ ਕਿ ਰੱਬ ਦੀ ਵਡਿਆਈ ਹੋਵੇ। ਸੰਤ ਕਹਿੰਦਾ ਸਿੱਧਾ ਨਹੀਂ ਕਹਿੰਦੇ, ਲੋਕੀ ਸਾਡੀਆਂ ਗੱਲਾਂ ਦਾ ਨਜਾਇਜ਼ ਫਾਇਦਾ ਉਠਾਉਂਦੇ, ਕਿਉਂਕਿ ਉਹ ਸਮਝਦੇ ਨਹੀਂ ਅਸੀਂ ਕੀ ਕਹਿੰਦੇ। ਕਿਉਂਕਿ ਜਿਹੜਾ ਬੁਰੀਆਈ ਕਰਦਾ, ਉਹ ਬੁਰੀਆਈ ਦਾ ਫਲ ਜ਼ਰੂਰ ਭੋਗੂਗਾ, ਉਹਦੇ ਉੱਤੇ ਨਿਆਂ ਜ਼ਰੂਰ ਆਊਗਾ। 9ਵੀਂ ਆਇਤ ਕੀ ਕਹਿੰਦੀ ਆ? ਫਿਰ ਕੀ ਭਲਾ ਅਸੀਂ ਇਹਨਾਂ ਨਾਲੋਂ ਚੰਗੇ ਹਾਂ? ਬਿਲਕੁਲ ਨਹੀਂ, ਕਿ ਅਸੀਂ ਤਾਂ ਅੱਗੇ ਆਖ ਬੈਠੇ ਹਾਂ ਯਹੂਦੀ ਯੂਨਾਨੀ ਸਾਰਿਆਂ ਨੇ ਪਾਪ ਕੀਤਾ, ਸਾਰੇ ਪਾਪ ਦੇ ਹੇਠਾਂ ਹਨ। ਕਿਆ ਯਹੂਦੀ ਪਰਾਈਆਂ ਕੌਮਾਂ ਨਾਲੋਂ ਚੰਗੇ ਆ? ਕਿਉਂਕਿ ਉਹਨਾਂ ਦੇ ਕੋਲ ਨੇਮ ਆ, ਉਹਨਾਂ ਕੋਲ ਰੱਬ ਦੇ ਬਚਨ ਆਏ, ਰੱਬ ਨੇ ਉਹਨਾਂ ਦੇ ਵਿੱਚ ਪੈਗੰਬਰ ਭੇਜੇ, ਪਰਮੇਸ਼ਵਰ ਦਾ ਬੇਟਾ ਉਹਨਾਂ ਵਿੱਚ ਆਇਆ। ਕਿਆ ਉਹ ਆਮ ਲੋਕਾਂ ਨਾਲੋਂ ਚੰਗੇ ਆ? ਨਹੀਂ। ਕਹਿੰਦਾ ਸਾਰੀ ਦੁਨੀਆ ਰੱਬ ਦੇ ਮੋਹਰੇ ਪਾਪੀ ਆ, ਸਾਰੀ ਦੁਨੀਆ ਪਰਮੇਸ਼ਵਰ ਦੇ ਮੋਹਰੇ ਦੋਸ਼ੀ ਆ, ਕਿ ਸਾਰਿਆਂ ਨੇ ਪਾਪ ਕੀਤਾ, ਚਾਹੇ ਉਹ ਯਹੂਦੀ ਆ, ਚਾਹੇ ਉਹ ਯੂਨਾਨੀ ਆ, ਚਾਹੇ ਜਿਹੜੇ ਮਰਜ਼ੀ ਮੁਲਕ ਦੇਸ਼ ਦਾ ਰਹਿਣ ਵਾਲਾ ਆ, ਹਰੇਕ ਇਨਸਾਨ ਜਿੰਨੇ ਵੀ ਸੂਰਜ ਦੇ ਥੱਲੇ ਆ, ਉਹਨਾਂ ਸਾਰਿਆਂ ਨੇ ਪਾਪ ਕੀਤਾ ਆ। ਅਸੀਂ ਦੋਸ਼ੀ ਆ, ਅਸੀਂ ਪਾਪ ਕੀਤਾ, ਅਸੀਂ ਰੱਬ ਦੇ ਨਿਆਂ ਦੇ ਥੱਲੇ ਆ, ਅਸੀਂ ਉਹਦੇ ਗੁੱਸੇ ਦੇ ਥੱਲੇ ਆ। ਪਰਮੇਸ਼ਵਰ ਸਾਡੇ ਨਾਲ ਖੁਸ਼ ਨਹੀਂ, ਕਿਉਂਕਿ ਅਸੀਂ ਉਹ ਕੰਮ ਕੀਤੇ ਜੋ ਕਿ ਬੁਰਾ ਆ, ਅਸੀਂ ਉਹ ਕੰਮ ਕੀਤੇ ਜੋ ਕਿ ਰੱਬ ਦੀ ਮਰਜ਼ੀ ਦੇ ਖਿਲਾਫ ਆ। ਸਾਰੀ ਦੁਨੀਆ ਰੱਬ ਦੇ ਮੋਹਰੇ ਪਾਪੀ ਆ, ਚਾਹੇ ਕਿਸੇ ਨੇ ਭਗਵੇਂ ਕੱਪੜੇ ਪਾਏ ਆ, ਜਿਹੜੇ ਮਰਜ਼ੀ ਵਰਦੀ ਪਹਿਨ ਲਵੇ, ਉਹਦੀ ਵਰਦੀ ਉਹਦੇ ਪਾਪਾਂ ਨੂੰ ਲੁਕੋ ਨਹੀਂ ਸਕਦੀ।
ਭਗਵੇਂ ਕੱਪੜੇ ਪਾਉਣ ਦੇ ਨਾਲ ਪਾਪ ਲੁਕਣਗੇ ਨਹੀਂ। ਚਿੱਟਾ ਝੋਲਾ ਪਾਉਣ ਨਾਲ ਪਾਪ ਛਿਪਣਗੇ ਨਹੀਂ। ਕੋਈ ਵੀ ਵਰਤੀ ਉਹ ਪਾਪ ਨੂੰ ਲੁਕੋ ਨਹੀਂ ਸਕਦੀ, ਕਿਉਂਕਿ ਪਰਮੇਸ਼ਵਰ ਨੇ ਇੱਕ ਵਾਰੀ ਕਿਹਾ ਸਾਰਾ ਸੰਸਾਰ ਹਨੇਰੇ ਵਿੱਚ ਆ, ਸਾਰਾ ਸੰਸਾਰ ਦੋਸ਼ੀ ਆ। ਸਭ ਸੰਸਾਰ ਦੇ ਲੋਕਾਂ ਨੇ ਪਾਪ ਕੀਤਾ, ਚਾਹੇ ਜਿਹੜੀ ਮਰਜ਼ੀ ਦੇਸ਼ ਦਾ ਰਹਿਣ ਵਾਲਾ ਕਿਉਂ ਨਾ ਹੋਵੇ। ਇਸ ਕਰਕੇ ਜ਼ਰੂਰੀ ਸੀ ਕਿ ਜੀਸਸ ਹੋਰ ਦੇਸ਼ ਤੋਂ ਆਇਆ, ਉਹ ਇਸ ਦੁਨੀਆ ਤੋਂ ਨਹੀਂ, ਹੋਰ ਦੁਨੀਆ ਤੋਂ ਆਇਆ। ਜੀਸਸ ਕਹਿੰਦਾ ਤੁਸੀਂ ਇਸ ਦੁਨੀਆ ਦੇ ਆ, ਪਰ ਮੈਂ ਹੋਰ ਦੁਨੀਆ ਤੋਂ ਆਇਆ, ਕਿਉਂਕਿ ਜੀਸਸ ਇਸ ਦੁਨੀਆ ਤੋਂ ਆ ਨਹੀਂ ਸੀ ਸਕਦਾ, ਕਿਉਂਕਿ ਰੱਬ ਨੇ ਕਿਹਾ ਸਾਰਿਆਂ ਨੇ ਪਾਪ ਕੀਤਾ ਜੋ ਇਸ ਦੁਨੀਆ ਵਿੱਚ ਹੈ, ਜਿਹੜੀ ਦੁਨੀਆ ਵਿੱਚ ਜਨਮ ਲੈਂਦੇ ਆ। ਇਸ ਕਰਕੇ ਜੀਸਸ ਸਵਰਗ ਤੋਂ ਆਇਆ, ਹੋਰ ਦੁਨੀਆ ਤੋਂ ਆਇਆ, ਉਹਦੇ ਵਿੱਚ ਪਾਪ ਨਹੀਂ ਸੀ। ਕਈ ਲੋਕੀ ਕਹਿੰਦੇ ਲੋ ਜੀ ਇਸ ਤਾਂ ਮੀਟ ਨਹੀਂ ਖਾਂਦੇ, ਸ਼ਰਾਬ ਨਹੀਂ ਪੀਂਦੇ ਤਾਂ ਚੰਗੇ ਲੋਕ ਆ। ਰੱਬ ਦੇ ਵਚਨ ਕਹਿੰਦਾ ਕੋਈ ਵੀ ਨਹੀਂ ਚੰਗਾ, ਸਾਰਿਆਂ ਨੇ ਬੁਰਾਈ ਕੀਤੀ ਆ। ਹੋ ਸਕੇ ਤੁਸੀਂ ਬਾਹਰੋਂ ਭਲੇ ਮਾਨਸ ਲੱਗੋ, ਹੋ ਸਕੇ ਬਾਹਰੋਂ ਤੁਸੀਂ ਚੰਗੇ ਆਦਮੀ ਚੰਗੇ ਇਨਸਾਨ ਹੋਵੋ, ਪਰ ਰੱਬ ਬਾਹਰੋਂ ਨਹੀਂ ਦੇਖਦਾ, ਰੱਬ ਦੇਖਦਾ ਤੁਹਾਡੇ ਅੰਦਰ। ਸਾਡੀਆਂ ਸੋਚਾਂ, ਸਾਡੇ ਵਿਚਾਰ, ਸਾਡੇ ਇਰਾਦੇ ਕਿੱਦਾਂ ਦੇ ਆ, ਸਾਡੀਆਂ ਸੋਚਾਂ ਕਿੱਦਾਂ ਦੀਆਂ। ਆਦਮੀ ਹੋ ਸਕੇ ਬਾਹਰੋਂ ਪਾਪ ਨਾ ਕਰੇ ਆਪਣੇ ਹੱਥਾਂ ਪੈਰਾਂ ਨਾਲ, ਪਰ ਜਿਹੜੀ ਅੰਦਰਲਾ ਪਾਪ ਆ, ਜੋ ਵਿਚਾਰ ਸੋਚਾਂ ਇਰਾਦਿਆਂ ਦਾ ਪਾਪ ਆ, ਉਹ ਵੀ ਪਾਪ ਗਿਣਿਆ ਜਾਂਦਾ। ਅਸੀਂ ਕੀ ਕਰਨੇ ਆ ਕਿ ਪਰਮੇਸ਼ਵਰ ਨੇ ਕੀ ਕਿਹਾ ਕਿ ਸਾਰਿਆਂ ਨੇ ਪਾਪ ਕੀਤਾ। 11ਵੀਂ 10ਵੀਂ ਐਤ, ਜਿਵੇਂ ਲਿਖਿਆ ਹੋਇਆ ਹੈ ਕੋਈ ਧਰਮੀ ਨਹੀਂ, ਇੱਕ ਵੀ ਨਹੀਂ, ਕੋਈ ਸਮਝਣ ਵਾਲਾ ਨਹੀਂ, ਕੋਈ ਪਰਮੇਸ਼ਵਰ ਦਾ ਤਾਲਿਬ ਨਹੀਂ। ਇਨਸਾਨ ਕੁਰਾਹੇ ਪੈ ਗਿਆ, ਕੋਈ ਪਰਮੇਸ਼ਵਰ ਨੂੰ ਸਮਝਦਾ ਨਹੀਂ। ਬਿਨਾਂ ਸਮਝ ਤੋਂ, ਉਸ ਪਰਮੇਸ਼ਵਰ ਦੀ ਕੁਦਰਤ ਤੋਂ ਬੇਸਮਝਿਆ, ਉਹ ਪਰਮੇਸ਼ਵਰ ਦੀ ਮਰਜ਼ੀ ਨਹੀਂ ਜਾਣਦੇ, ਉਹ ਪਰਮੇਸ਼ਵਰ ਦੀ ਇੱਛਾ ਚੰਗੀ ਤਰ੍ਹਾਂ ਨਹੀਂ ਜਾਣਦੇ, ਕਿਉਂਕਿ ਉਹ ਰੱਬ ਦੇ ਵਿੱਚ ਉਹਨਾਂ ਦੀ ਦਿਲਚਸਪੀ ਨਹੀਂ ਆ। ਉਹ ਪਰਮੇਸ਼ਵਰ ਨੂੰ ਭਾਲਦੇ ਨਹੀਂ ਆ। ਅੱਜ ਕੱਲ੍ਹ ਦੀ ਦੁਨੀਆ, ਜੇ ਤੁਸੀਂ ਕਹੋ ਕਿ ਤੁਸੀਂ ਰੱਬ ਨੂੰ ਮੰਨਦੇ ਹੋ, ਹੱਸਣਗੇ, ਸੋਚਣਗੇ ਤੁਸੀਂ ਪਾਗਲ ਆ। ਇੱਥੇ ਪਰਮੇਸ਼ਵਰ ਕਹਿੰਦਾ ਲੋਕੀ ਬੇਸਮਝ ਆ ਜੋ ਉਹਨੂੰ ਨਹੀਂ ਜਾਣਦੇ। ਜਿਵੇਂ ਲਿਖਿਆ ਹੋਇਆ ਹੈ, ਕੀ ਲਿਖਿਆ? ਕੋਈ ਵੀ ਨਹੀਂ ਚੰਗਾ। ਸਾਫ਼ ਲਿਖਿਆ, ਪਰਮੇਸ਼ਵਰ ਕਹਿੰਦਾ ਕੋਈ ਵੀ ਨਹੀਂ ਚੰਗਾ। ਜਿਹੜਾ ਆਦਮੀ ਕਹਿੰਦਾ ਮੈਂ ਚੰਗਾ ਆ, ਉਹ ਝੂਠ ਬੋਲਦਾ ਆ। ਉਹ ਚੰਗਾ ਆਪਣੀਆਂ ਨਜ਼ਰਾਂ 'ਚ ਹੋਊ, ਉਹ ਚੰਗਾ ਲੋਕਾਂ ਦੀਆਂ ਨਜ਼ਰਾਂ 'ਚ ਹੋਊਗਾ, ਪਰ ਉਹ ਚੰਗਾ ਰੱਬ ਦੀਆਂ ਨਜ਼ਰਾਂ 'ਚ ਨਹੀਂ ਆ, ਕਿਉਂਕਿ ਰੱਬ ਉਹਦੇ ਅੰਦਰ ਦੇਖ ਸਕਦਾ। ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਆ, ਤੁਸੀਂ ਬਾਹਰ ਡਰਾਮਾ ਖੇਲ ਕੇ ਆਪਣੇ ਆਪ ਨੂੰ ਚੰਗਾ ਸਾਬਤ ਕਰ ਸਕਦੇ ਆ, ਪਰ ਪਰਮੇਸ਼ਵਰ ਅੰਦਰੋਂ ਜਾਣਦਾ ਕਿ ਅੰਦਰੋਂ ਤੁਸੀਂ ਕਿੱਦਾਂ ਦੇ ਆ। ਆਦਮੀ ਬਾਹਰੋਂ ਦੇਖਦਾ, ਪਰਮੇਸ਼ਵਰ ਅੰਦਰੋਂ ਦੇਖਦਾ। ਇਸ ਕਰਕੇ ਪਰਮੇਸ਼ਵਰ ਕਹਿੰਦਾ ਕੋਈ ਵੀ ਧਰਮੀ ਨਹੀਂ ਆ। ਕੀ ਕਹਿੰਦਾ? ਇੱਕ ਵੀ ਨਹੀਂ। ਸਾਰਿਆਂ ਦੇ ਦਿਲ ਬੁਰੇ ਆ। ਅਸੀਂ ਪਾਪ ਦੇ ਵਿੱਚ ਜਨਮਦੇ ਆ, ਪਾਪ ਵਿੱਚ ਰਹਿੰਦੇ ਆ, ਪਾਪ ਦੇ ਵਿੱਚ ਮਰਦੇ ਆ। ਇਹ ਜਿਹੜਾ ਪਾਪ ਆ ਉਹ ਸਾਡੇ ਅੰਦਰ ਆ, ਸਾਡੇ ਸਰੀਰ ਦੇ ਵਿੱਚ ਆ। ਉਹ ਖਾਹਿਸ਼ਾਂ, ਉਹ ਇਰਾਦੇ, ਉਹ ਸੋਚਾਂ ਜੋ ਪਰਮੇਸ਼ਵਰ ਦੇ ਹੁਕਮਾਂ ਦੇ ਖਿਲਾਫ ਆ। ਉਹ ਕਹਿੰਦਾ ਕੋਈ ਵੀ ਨਹੀਂ ਧਰਮੀ। ਕੀ ਕਹਿੰਦਾ? ਇੱਕ ਵੀ ਨਹੀਂ, ਕੋਈ ਸਮਝਣ ਵਾਲਾ ਨਹੀਂ, ਕੋਈ ਪਰਮੇਸ਼ਵਰ ਦਾ ਤਾਲਬ ਨਹੀਂ। ਕੀ ਕਹਿੰਦਾ? ਉਹ ਸਾਰੇ ਕੁਰਾਹੇ ਪੈ ਗਏ, ਰੱਬ ਤੋਂ ਦੂਰ ਚਲੇ ਗਏ। ਹਾਂ, ਉਹਨਾਂ ਕੋਲ ਧਰਮ ਆ, ਰੀਤੀਆਂ ਆ, ਰਿਵਾਜ ਆ, ਰਸਮ ਆ, ਪਰ ਪਰਮੇਸ਼ਵਰ ਨਹੀਂ ਆ। ਧਰਮ ਤੇ ਪਰਮੇਸ਼ਵਰ ਦੇ ਵਿੱਚ ਫਰਕ ਆ। ਕੋਈ ਵੀ ਆਦਮੀ ਨਵਾਂ ਧਰਮ ਪੈਦਾ ਕਰ ਸਕਦਾ, ਕੋਈ ਵੀ ਆਦਮੀ ਨਵਾਂ ਧਰਮ ਬਣਾ ਸਕਦਾ। ਸਾਡੇ ਮੁਲਕ ਦੇ ਵਿੱਚ ਹਜ਼ਾਰਾਂ ਹੀ ਧਰਮ ਆ। ਹਰੇਕ ਪਿੰਡ ਦਾ ਆਪੋ ਆਪਣਾ ਰੱਬ ਦੇਵਤਾ ਧਰਮ ਆ, ਪਰ ਇੱਥੇ ਅਸੀਂ ਧਰਮ ਦੀ ਗੱਲ ਨਹੀਂ ਕਰਦੇ। ਧਰਮ ਜਿੱਥੇ ਰਿਵਾਜ, ਰੀਤੀਆਂ, ਰਸਮਾਂ,
ਅਸੀਂ ਗੱਲ ਕਰਦੇ ਪਰਮੇਸ਼ਵਰ ਦੀ। ਧਰਮ ਹੋ ਸਕਦਾ ਬਿਨਾਂ ਰੱਬ ਤੋਂ, ਧਰਮ ਆ ਜਿਹਦੇ ਵਿੱਚ ਰੱਬ ਕਾਇਮ ਨਹੀਂ। ਇੱਥੇ ਅਸੀਂ ਧਰਮ ਦੀ ਗੱਲ ਨਹੀਂ ਸੰਤ ਕਰ ਰਿਹਾ, ਇੱਥੇ ਗੱਲ ਕਰ ਰਿਹਾ ਪਰਮੇਸ਼ਵਰ ਦੀ। ਧਰਮ ਆਦਮੀ ਨੂੰ ਬਚਾ ਨਹੀਂ ਸਕਦਾ, ਪਰ ਪਰਮੇਸ਼ਵਰ ਆਦਮੀ ਨੂੰ ਬਚਾ ਸਕਦਾ ਹੈ। ਉਹ ਕੀ ਕਹਿੰਦਾ? ਸਾਰੇ ਕੁਰਾਹੇ ਪੈ ਗਏ। ਹਰੇਕ ਨੇ ਆਪੋ ਆਪਣਾ ਧਰਮ ਬਣਾਇਆ, ਕੋਈ ਕਿਸੇ ਨੂੰ ਮੰਨਦਾ, ਕੋਈ ਕਿਸੇ ਨੂੰ ਮੰਨਦਾ, ਪਰ ਸੱਚੇ ਰੱਬ ਦੀ ਕੋਈ ਭਾਵਨਾ ਨਹੀਂ ਕਰਦਾ ਜਿਸ ਨੇ ਸਾਰੇ ਜਗਤ ਨੂੰ ਅਤੇ ਸਾਰੇ ਬ੍ਰਹਿਮੰਡ ਨੂੰ ਸਾਜਿਆ। ਉਹ ਸਾਰੇ ਦੇ ਸਾਰੇ ਰੱਬ ਕੀ ਕਹਿੰਦਾ? ਨਕੰਮੇ। ਆਦਮੀ ਕੀ ਹੋ ਗਿਆ? ਨਕੰਮਾ। ਉਹ ਸਾਰੇ ਨਕੰਮੇ ਹੋ ਗਏ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ। ਉਹਨਾਂ ਦਾ ਸੰਘਾ ਖੁੱਲੀ ਹੋਈ ਕਬਰ ਹੈ। ਉਹਨਾਂ ਨੇ ਆਪਣੀਆਂ ਜੀਭਾਂ ਨਾਲ ਵਲਛਲ ਕੀਤਾ ਹੈ। ਉਹਨਾਂ ਦੇ ਬੁੱਲ ਹੇਠ ਜ਼ਹਿਰੀਲੀ ਸੱਪਾਂ ਦੀ ਜ਼ਹਿਰ ਹੈ। ਉਹਨਾਂ ਦਾ ਮੂੰਹ ਸ਼ਰਾਬ ਕੜਤਣ ਨਾਲ ਭਰਿਆ ਹੈ। ਸਿਰਫ ਇਹ ਨਹੀਂ, ਇਨਸਾਨ ਦੀ ਜ਼ੁਬਾਨ ਉਹਦਾ ਸੰਘਾ ਕਬਰਾਂ ਦੇ ਵਾਂਗੂ, ਇਨਸਾਨ ਦੀ ਜੀਭ ਬਿੱਦਾ ਜਿਹਦਾ ਸੱਪ ਦੀ ਜੀਭ ਜਿਹੜੀ ਜ਼ਹਿਰ ਬਾਹਰ ਕੱਢ ਰਹੀ ਹੈ, ਕਿ ਇਨਸਾਨ ਦੀ ਜੀਭ ਜ਼ਹਿਰੀਲੀ ਜੀਭ ਆ। ਇਹੀ ਮੂੰਹ ਦੇ ਨਾਲ ਉਹ ਰੱਬ ਦੀ ਜੈ ਜੈਕਾਰ ਕਰਦਾ, ਇਸੇ ਮੂੰਹ ਨਾਲ ਉਹ ਗਾਣਾ ਕੱਢਦਾ, ਇਸੇ ਮੂੰਹ ਦੇ ਨਾਲ ਉਹ ਦੁਰਬਚਨ ਬੋਲਦਾ ਜਿਹਦੇ ਨਾਲ ਇਨਸਾਨ ਦੇ ਦਿਲ ਨੂੰ ਸੱਟ ਲੱਗੂ। ਇਸੇ ਹੀ ਬੋਲ ਦੇ ਨਾਲ ਉਹ ਕੌੜੇ ਬਚਨ ਬੋਲਦਾ। ਉਹਦੀ ਜੀਭ ਕੜਤਣ ਨਾਲ ਭਰੀ ਹੋਆ ਕਿ ਇਨਸਾਨ ਸਿਰਫ ਇਨਸਾਨ ਦੇ ਖਿਲਾਫ ਨਹੀਂ ਬੋਲਦਾ, ਬਲਕਿ ਪਰਮੇਸ਼ਵਰ ਨੂੰ ਵੀ ਦੋਸ਼ ਲਾਉਂਦਾ, ਜਿਹੜੇ ਪਰਮੇਸ਼ਵਰ ਨੂੰ ਉਹ ਕਹਿੰਦਾ ਕਿ ਉਹ ਮੰਨ ਰਿਹਾ ਹੈ। ਤੁਸੀਂ ਕਹੋਗੇ ਨਾ ਜੀ, ਅਸੀਂ ਤਾਂ ਰੱਬ ਉੱਤੇ ਕਦੇ ਦੋਸ਼ ਲਾਇਆ ਨਹੀਂ ਹੈ। ਕਈਆਂ ਧਰਮਾਂ 'ਚ ਲਿਖਿਆ ਗਿਆ ਕਿ ਪਰਮੇਸ਼ਵਰ ਕਿਸਮਤ ਲਿਖਦਾ ਕਿ ਜੋ ਵੀ ਤੁਹਾਡੀ ਜ਼ਿੰਦਗੀ 'ਚ ਹੋਇਆ ਉਹ ਰੱਬ ਦੀ ਮਰਜ਼ੀ ਆ। ਰੱਬ ਨੇ ਲਿਖਿਆ ਸੀ ਕਿ ਤੁਹਾਡੇ ਮੁੰਡੇ ਨੇ ਚੋਰ ਬਣਨਾ। ਲੋਕੀ ਕਹਿੰਦੇ ਜੀ ਕੀ ਕਰੀਏ, ਮੁੰਡਾ ਸਾਡਾ ਨਕੰਮਾ, ਚੋਰ ਡਾਕੂ ਕਰ ਕੀ ਸਕਦੇ? ਕਿਸਮਤ ਤੇ ਕਿਸਮਤ ਲਿਖੀ ਰੱਬ ਨੇ। ਇੱਕ ਮਿੰਟ ਧਿਆਨ ਨਾਲ ਸੋਚਿਓ, ਜਿਹੜਾ ਰੱਬ ਪਵਿੱਤਰ ਆ, ਜਿਹੜਾ ਰੱਬ ਚੰਗਾ ਆ, ਉਹ ਕਿਸ ਤਰ੍ਹਾਂ ਗੰਦੀ ਖਰਾਬ ਕਿਸਮਤ ਲਿਖੂ ਕਿ ਤੁਸੀਂ ਬੁਰਾ ਜਾਂ ਪਾਪੀ ਜਾਂ ਬੁਰੇ ਲੋਕ ਬਣਨਾ। ਅਸੀਂ ਰੱਬ ਨੂੰ ਦੋਸ਼ ਦਿੰਦੇ ਜੀ, ਮੁੰਡਾ ਪਾਸ ਨਹੀਂ ਹੋਇਆ, ਕੀ ਕਰੀਏ? ਕਿਸਮਤ, ਉਹਦਾ ਮਤਲਬ ਰੱਬ ਦਾ ਕਸੂਰ। ਉਹਨੇ ਲਿਖ ਦਿੱਤਾ ਕਿ ਮੇਰੇ ਮੁੰਡੇ ਨੇ ਐਤਕੀ ਪਾਸ ਨਹੀਂ ਹੋਣਾ। ਕੋਸ਼ਿਸ਼ ਕਰਦੇ ਮੇਰੇ ਮੁੰਡੇ ਨੂੰ ਕੰਮ ਨਹੀਂ ਪਕੜਦਾ, ਕੀ ਕਰੀਏ? ਭੰਤੀਏ ਕਿਸਮਤ, ਕਿਸਮਤ ਕਹਿੰਦੀ ਆ, ਬਾਪੇ ਨੇ ਲਿਖਤਾ ਕਿਸਮਤ, ਕੀ ਕਰੀਏ? ਅਸੀਂ ਰੱਬ ਨੂੰ ਦੋਸ਼ ਦਿੰਦੇ ਹਾਂ। ਪਰ ਜਿਹੜਾ ਸੱਚਾ ਰੱਬ ਆ ਉਹ ਕਿਸੇ ਦੀ ਕਿਸਮਤ ਨਹੀਂ ਲਿਖਦਾ, ਕਿਉਂਕਿ ਤੁਸੀਂ ਮਸ਼ੀਨ ਨਹੀਂ ਆ, ਤੁਸੀਂ ਇਨਸਾਨ ਆ। ਰੱਬ ਨੇ ਤੁਹਾਨੂੰ ਮਰਜ਼ੀ ਦਿੱਤੀ ਆ। ਰੱਬ ਕਿਸੇ ਦੀ ਕਿਸਮਤ ਨਹੀਂ ਲਿਖਦਾ। ਅਗਰ ਰੱਬ ਤੁਹਾਡੀ ਕਿਸਮਤ ਲਿਖੇ ਤਾਂ ਜਿਹੜੇ ਪਾਪ ਤੁਸੀਂ ਕਰਦੇ ਆ ਉਹਦਾ ਦੋਸ਼ੀ ਰੱਬ ਆ, ਤੁਸੀਂ ਨਹੀਂ। ਕਿਉਂਕਿ ਤੁਸੀਂ ਰੱਬ ਨੂੰ ਕਹਿੰਦੇ, ਰੱਬ ਜਦ ਤੂੰ ਲਿਖ ਦਿੱਤਾ ਮੇਰੀ ਕਿਸਮਤ ਕਿ ਮੈਂ ਚੋਰ ਬਣਨਾ, ਤੇ ਇਹਦੇ ਵਿੱਚ ਮੇਰਾ ਥੋੜੋ ਕਸੂਰ ਰੱਬ, ਮੈਂ ਤਾਂ ਇਨਸਾਨ ਆ, ਤੇਰਾ ਕਸੂਰ ਹੈ। ਤੈਂ ਮੈਨੂੰ ਗਲਤ ਪ੍ਰੋਗਰਾਮ ਕੀਤਾ। ਜੇ ਤੂੰ ਲਿਖ ਦਿੰਦਾ ਮਾੜਾ ਜਿਹਾ ਮੈਂ ਚੰਗਾ ਬਣਨਾ, ਮੈਂ ਚੰਗਾ ਬਣ ਜਾਂਦਾ। ਸੋ ਸਾਰਾ ਕਸੂਰ ਕਿਤੇ ਆਉਂਦਾ? ਰੱਬ ਤੇ। ਪਰ ਧਰਮ ਸਾਨੂੰ ਕਹਿੰਦੇ ਨਹੀਂ, ਸਾਡੀ ਕਿਸਮਤ ਲਿਖੀ ਹੋਈ ਗਲਤ ਆ, ਰੱਬ ਕਿਸਮਤ ਨਹੀਂ ਲਿਖਦਾ। ਤੁਸੀਂ ਬੁਰਾ ਕੰਮ ਕਰਦੇ ਕਿਉਂਕਿ ਤੁਸੀਂ ਕਰਨਾ ਚਾਹੁੰਦੇ ਆ। ਤੁਹਾਡਾ ਮੁੰਡਾ ਚੋਰ ਆ ਕਿਉਂਕਿ ਉਹ ਚੋਰ ਬਣਨਾ ਚਾਹੁੰਦਾ, ਇਸ ਕਰਕੇ ਨਹੀਂ ਕਿ ਰੱਬ ਨੇ ਲਿਖਿਆ ਆ। ਤੁਹਾਡਾ ਮੁੰਡਾ ਇਮਤਿਹਾਨ ਫੇਲ ਕੀਤਾ, ਇਸ ਕਰਕੇ ਨਹੀਂ ਕਿ ਰੱਬ ਨੇ ਲਿਖਿਆ, ਇਸ ਕਰਕੇ ਕਿ ਤੁਹਾਡੇ ਮੁੰਡੇ ਨੇ ਚੰਗੀ ਤਰ੍ਹਾਂ ਪੜ੍ਹਾਈ ਨਹੀਂ ਕੀਤੀ ਜਾਂ ਗਲਤ ਕੰਮ ਕਰਨ ਲੱਗ ਪਿਆ। ਇਹਦੇ ਵਿੱਚ ਰੱਬ ਦਾ ਕੋਈ ਵੀ ਕਸੂਰ ਨਹੀਂ। ਪਰ ਇੱਥੇ ਬਾਈਬਲ ਕੀ ਕਹਿੰਦੀ? ਉਹਨਾਂ ਦੀਆਂ ਜੀਭਾਂ ਕੜਤਣ ਨਾਲ ਭਰੀਆਂ, ਕਿ ਆਦਮੀ ਦਾ ਦਿਲ ਰੱਬ ਵੱਲ ਵੀ ਕੌੜਾ ਪੈ ਗਿਆ। ਚੀਜ਼ਾਂ ਜੋ ਸਾਡੀ ਜ਼ਿੰਦਗੀ 'ਚ ਹੁੰਦੀਆਂ, ਅਸੀਂ ਰੱਬ ਨੂੰ ਦੋਸ਼ ਦਿੰਦੇ ਆ ਕਿ ਉਹਦਾ ਕਸੂਰ ਆ, ਰੱਬ ਨੇ ਲਿਖਿਆ ਕਿ ਏਦਾਂ ਹੋਵੇ, ਪਰ ਰੱਬ ਕਿਸਮਤ ਨਹੀਂ ਲਿਖਦਾ।
ਇਸੇ ਮੂੰਹ ਦੇ ਨਾਲ ਅਸੀਂ ਇਨਸਾਨਾਂ ਨੂੰ ਸੱਟ ਪਹੁੰਚਾਉਂਦੇ ਹਾਂ, ਉਹ ਗੱਲਾਂ ਕਰਦੇ ਹਾਂ ਜਿਹਦੇ ਨਾਲ ਇੱਕ ਦੂਜੇ ਨੂੰ ਸੱਟ ਲੱਗਦੀ ਆ। ਸਾਡੀਆਂ ਜੀਭਾਂ, ਸਾਡੇ ਸੰਗ ਜ਼ਹਿਰੀਲੇ ਬਚਨਾਂ ਦੇ ਨਾਲ ਭਰੇ ਆ, ਕਿਉਂਕਿ ਜਿਹੜੀਆਂ ਚੀਜ਼ਾਂ ਸਾਡੇ ਮੂੰਹ ਚੋਂ ਨਿਕਲਦੀਆਂ ਉਹ ਬਹੁਤ ਜ਼ਬਰਦਸਤ ਚੀਜ਼ਾਂ ਆ, ਕਿਉਂਕਿ ਉਹ ਚੀਜ਼ਾਂ ਸਾਨੂੰ ਨਰਕ ਜਾਂ ਸਵਰਗ ਦੇ ਵਿੱਚ ਲਿਜਾ ਸਕਦੀਆਂ। ਜੀਸਸ ਨੇ ਕਿਹਾ ਹਰੇਕ ਬਚਨ ਜੋ ਇਨਸਾਨ ਦੇ ਮੂੰਹ ਚੋਂ ਨਿਕਲਦਾ ਉਹਦਾ ਉਹ ਲੇਖਾ ਦਊਂਗਾ। ਸੋ ਕਹਾ ਕੀ ਕਹਿੰਦੇ ਕਿ ਸਾਰੇ ਕੁਰਾਹੇ ਪੈ ਗਏ। 14ਵੀਂ, ਉਹਨਾਂ ਦਾ ਮੁਖ ਸ਼ਰਾਬ ਕੜਤਣ ਨਾਲ ਭਰਿਆ ਹੋਇਆ ਹੈ, ਉਹਨਾਂ ਦੇ ਪੈਰ ਲਹੂ ਵਹਾਣ ਲਈ ਚਾਲਕ ਹਨ। ਅੱਜ ਕੱਲ ਅਸੀਂ ਕੀ ਦੇਖਦੇ, ਚਾਰੇ ਪਾਸੇ ਕਤਲ, ਕਿ ਇੱਕ ਦੂਏ ਦਾ ਕਤਲ ਕਰਦੇ। ਜਿਸ ਜ਼ਮਾਨੇ 'ਚ ਅਸੀਂ ਹੁਣ ਰਹਿ ਰਹੇ ਹਾਂ, ਇਸ ਜ਼ਮਾਨੇ 'ਚ ਨਿਆਣੇ ਮਾਪਿਆਂ ਦਾ ਕਤਲ ਕਰਦੇ। ਇਸ ਜ਼ਮਾਨੇ ਦੇ ਵਿੱਚ 12-12, 11-11 ਸਾਲ ਦੇ ਨਿਆਣੇ ਇੱਕ ਦੂਸਰੇ ਦਾ ਕਤਲ ਕਰਦੇ, ਕਿਉਂਕਿ ਇਨਸਾਨ ਨੇ ਆਪਣਾ ਮੁਖ ਜੀਂਦੇ ਪਰਮੇਸ਼ਵਰ ਤੋਂ ਮੋੜਿਆ। ਹਰ ਕੋਈ ਦੋਸ਼ੀ ਆ, ਹਰੇਕ ਨੇ ਦੋਸ਼ ਕੀਤਾ। ਫਿਰ ਕੀ ਕਹਿੰਦਾ, ਉਹਨਾਂ ਦੇ ਰਾਹ ਵਿੱਚ ਨਾਸ਼ ਤੇ ਬਿਪਤਾ, ਜਿਹੜੇ ਤਾਂ ਦੇ ਕੰਮ ਕਰਦੇ ਉਹਨਾਂ ਦਾ ਅੰਤ ਨਾਸ਼ ਤੇ ਤਕਲੀਫ ਤੇ ਬਿਪਤਾ ਆ। ਉਹਨਾਂ ਨੇ ਸ਼ਾਂਤੀ ਦਾ ਰਾਹ ਨਾ ਪਹਿਚਾਣਿਆ, ਉਹਨਾਂ ਦੀਆਂ ਅੱਖਾਂ ਅੱਗੇ ਪਰਮੇਸ਼ਵਰ ਦਾ ਡਰ ਹੈ ਨਹੀਂ। ਡਰ ਆ ਜੋ ਸਾਨੂੰ ਲਾਈਨ ਦੇ ਵਿੱਚ ਰੱਖਦਾ, ਡਰ ਆ ਜਿਹੜਾ ਸਾਨੂੰ ਕਈ ਵਾਰੀ ਚੋਰੀ ਕਰਨ ਤੋਂ ਰੋਕਦਾ। ਕਈ ਵਾਰੀ ਸਾਡਾ ਦਿਲ ਵੀ ਕਰਦਾ ਚੋਰੀ ਕਰੀਏ, ਬੁਰਾਈ ਹਰੇਕ ਇਨਸਾਨ ਦੇ ਵਿੱਚ ਹੈ, ਪਰ ਕਿਹੜੀ ਚੀਜ਼ ਰੋਕਦੀ ਆ? ਸਾਨੂੰ ਪਤਾ ਜੇ ਚੋਰੀ ਕਰਾਂਗੇ ਫੜੇ ਜਾਵਾਂਗੇ, ਜੱਜ ਮੂਹਰੇ ਖੜਨਾ ਪੈਣਾ, ਜੇਲ੍ਹ 'ਚ ਜਾਵਾਂਗੇ। ਡਰ ਸਾਨੂੰ ਰੋਕਦਾ ਬੁਰਾ ਕੰਮ ਕਰਨ ਤੋਂ। ਕਈ ਵਾਰੀ ਡਰ ਰੋਕਦਾ ਕਿ ਜਿਵੇਂ ਇਦਾਂ ਦੇ ਕੰਮ ਕੀਤੇ ਮੇਰੇ ਮਾਪੇ ਗੁੱਸੇ ਹੋਣਗੇ, ਡਰ। ਅਤੇ ਪਰਮੇਸ਼ਵਰ ਚਾਹੁੰਦਾ ਚੰਗਾ ਡਰ ਇਨਸਾਨ 'ਚ ਹੋਵੇ, ਕਿਉਂਕਿ ਡਰ ਸਾਨੂੰ ਰੋਕਦਾ ਬੁਰਾਈ ਕਰਨ ਤੋਂ। ਪਰ ਜੇ ਬੰਦੇ ਦੇ ਦਿਲ ਤੋਂ ਰੱਬ ਦਾ ਡਰ ਚਲੇ ਜਾਵੇ ਤਾਂ ਉਹਨੂੰ ਰੋਕਣ ਵਾਲਾ ਕੋਈ ਵੀ ਨਹੀਂ। ਜਦੋਂ ਬੰਦੇ ਵਿੱਚ ਰੱਬ ਦਾ ਡਰ ਆ, ਉਹ ਬੁਰਾ ਕਰਨ ਤੋਂ ਡਰੂਗਾ। ਕਾਹਦੇ ਲਈ? ਕਿਉਂਕਿ ਉਹ ਸੋਚਦਾ ਰੱਬ ਮੇਰੇ ਵੱਲ ਦੇਖਦਾ, ਅਗਰ ਮੈਂ ਆ ਬੁਰਾ ਕੰਮ ਕੀਤਾ ਰੱਬ ਗੁੱਸੇ ਹੋਊਗਾ, ਅਗਰ ਮੈਂ ਆ ਬਚਨ ਬੋਲੇ ਤਾਂ ਰੱਬ ਮੇਰੇ ਨਾਲ ਖੁਸ਼। ਇਹ ਡਰ ਸਾਨੂੰ ਰੋਕਦਾ ਬੁਰਾ ਕਰਨ ਤੋਂ। ਪਰ ਹਾਏ ਉਹ ਸਮਾਂ, ਉਹ ਜ਼ਮਾਨਾ ਜਦੋਂ ਇਨਸਾਨ ਦੇ ਦਿਲਾਂ 'ਚੋਂ ਰੱਬ ਦਾ ਡਰ ਚਲ ਜਾਂਦਾ, ਫਿਰ ਆਦਮੀ ਨੂੰ ਰੋਕਣ ਵਾਲਾ ਕੋਈ ਵੀ ਨਹੀਂ। ਇਸ ਕਰਕੇ ਅੱਜ ਅਸੀਂ ਜਿੱਥੇ ਰਹਿ ਰਹੇ ਹਾਂ, ਇਨਸਾਨ ਦੇ ਦਿਲਾਂ ਤੋਂ ਸਾਰੇ ਡਰ ਚਲੇ ਗਏ। ਰੱਬ ਦਾ ਡਰ ਵੀ, ਪੁਲਿਸ ਦਾ ਡਰ ਵੀ, ਮਾਪਿਆਂ ਦਾ ਡਰ ਵੀ। ਹੁਣ ਇਨਸਾਨ ਦੇ ਦਿਲ 'ਚ ਡਰ ਨਹੀਂ, ਇਸ ਕਰਕੇ ਬੁਰਾਈ ਦੁਨੀਆ 'ਚ ਵਧੀ ਹੋਆ, ਕਿਉਂਕਿ ਡਰ ਨਹੀਂ ਆ। ਬਾਈਬਲ ਕੀ ਕਹਿੰਦੀ ਕਿ ਇਨਸਾਨ ਦੇ ਅੱਗੇ ਪਰਮੇਸ਼ਵਰ ਦਾ ਡਰ ਨਹੀਂ, ਕਿ ਆਦਮੀ ਰੱਬ ਤੋਂ ਇੰਨਾ ਦੂਰ ਜਾ ਚੁੱਕਾ ਕਿ ਉਹਦੇ ਦਿਲ 'ਚ ਪਰਮੇਸ਼ਵਰ ਦਾ ਜਿਹੜਾ ਡਰ, ਜਿਹੜਾ ਕਿ ਉਹਨੂੰ ਬੁਰਾਈ ਤੋਂ ਰੋਕ ਸਕਦਾ, ਉਹ ਵੀ ਚਲੇ ਗਿਆ। ਸੋ ਕਹਾ ਸਾਡੇ ਸੰਤ ਕੀ ਕਹਿੰਦੇ ਆ, ਹੁਣ ਅਸੀਂ ਜਾਣਦੇ ਹਾਂ ਕਿ ਸ਼ਰ੍ਹਾ ਜੋ ਕੁਝ ਆਖਦੀ ਹੈ ਸੋ ਸ਼ਰ੍ਹਾ ਵਾਲਿਆਂ ਨੂੰ ਆਖਦੀ ਹੈ, ਤਾਂ ਜੋ ਹਰੇਕ ਦਾ ਮੂੰਹ ਬੰਦ ਹੋ ਜਾਵੇ, ਸਾਰਾ ਸੰਸਾਰ ਪਰਮੇਸ਼ਵਰ ਦੇ ਨਿਆਂ ਦੇ ਥੱਲੇ ਆ ਜਾਵੇ। ਕਿ ਜਿਹੜੀ ਸ਼ਰ੍ਹਾ ਹੁਕਮ ਰੱਬ ਨੇ ਮੋਸਿਸ ਨੂੰ ਦਿੱਤਾ, ਜੋ ਗੱਲਾਂ ਸ਼ਰ੍ਹਾ 'ਚ ਲਿਖੀਆਂ, ਕਿਹਦੇ ਲਈ ਲਿਖੀਆਂ? ਯਹੂਦੀਆਂ ਲਈ, ਕਿਉਂਕਿ ਉਹਨਾਂ ਨੂੰ ਸ਼ਰ੍ਹਾ ਦਿੱਤੀ ਗਈ ਸੀ ਤਾਂ ਕਿ ਹਰੇਕ ਦਾ ਮੂੰਹ ਬੰਦ ਹੋ ਜਾਵੇ। ਚਾਹੇ ਤੁਸੀਂ ਯਹੂਦੀਆਂ ਜਿਹੜੇ ਹੰਕਾਰ ਕਰਦੇ ਹੋ, ਅਸੀਂ ਇਬਰਾਹਿਮ ਦੀ ਔਲਾਦ ਆ। ਜੀਸਸ ਦੇ ਟਾਈਮ ਤੇ ਵੀ ਯਹੂਦੀ ਹੰਕਾਰ ਕਰਦੇ ਸੀ, ਜੀਸਸ ਨੂੰ ਕਈ ਵਾਰ ਕਹਿੰਦੇ ਸੀ ਇਬਰਾਹਿਮ ਦੀ ਔਲਾਦ ਆ। ਯਹੂਦੀ ਹੰਕਾਰ ਕਰਦੇ ਸੀ, ਉਹਨਾਂ ਕੋਲ ਨੇਮ ਆ, ਪਰਮੇਸ਼ਵਰ ਦਾ ਬਚਨ ਪੈਗੰਬਰਾਂ ਰਾਹੀਂ ਉਹਨਾਂ ਦੇ ਕੋਲ ਆਇਆ। ਪਰ ਇਹ ਬਾਈਬਲ ਸਾਨੂੰ ਦੱਸਦੀ ਹੈ ਕਿ ਹਰ ਕੋਈ, ਸਾਰਾ ਸੰਸਾਰ
परमेश्वर दे गुस्से थल्ले आ, न्याय थल्ले आ। रब साडे नाल खुश नहीं आ, रब गुस्से आ। क्योंकि चाहे यहूदी आ जिन्हां को सारा कुछ आ, जिद्दां मैं दस्सिया कि कोई ऐसी बारती नहीं जो साडे पाप नूं लुको सकदी। उन्हां कोल चाहे नेम आ, नेम भी उन्हां नूं लुको नहीं सकदा। कि सारा संसार परमेश्वर दे न्याय दे थल्ले आ। रब दा गुस्सा सारे संसार दे उत्ते आ, क्योंकि सबना ने पाप किया। 20वीं आयत की कहंदी, इसलिए जो ओ दे अगे शरा दे कम्मा तो कोई शरीर धर्मी नहीं ठहरेगा। क्यों? शरा दे राही पाप दी पहचान हुंदी आ। शरा रब दी चंगी आ। जो मोसेस नूं रब ने वचन दिते वो चंगे और रब वालों आए आ। शरा रब वालों आई आ, पर शरा दे राही आदमी रब नाल सही नहीं बन सकदा। क्योंकि शरा सानू दसदी आ की पाप आ। ਜਿਹੜੀਆਂ चीज़ां सी सोचते सी कि पाप नहीं आ, हुण ਉਹ पाप आ, क्योंकि शरा कहती आ। सो शरा सानू पाप दिखाती आ कि आ पाप, आ बुरा, आ पाप, आह बुरा। सो शरा चंगी आ, पर मैं कमजोर आ। शरा मैनू रब नाल सही नहीं बना सकती, क्योंकि मैं वो शरा सारी रख नहीं सकता। क्योंकि मैं खुद पापी हाँ, मेरे अंदर पाप आ, मेरे शरीर विच पाप आ। कई चीज़ों तो बिना, गल्लां तो बिना कई बारी मैं गुस्से हो जाता। मेरे अंदर ईर्खा आ, मेरे अंदर गुस्सा आ, मेरे अंदर क्रोध आ, मेरे अंदर कई बारी नफरत आ, क्योंकि मैं इंसान आ। मेरे अंदर एक बुराई आ, मेरे अंदर हर एक चीज़ों की ख्वाहिश आ जो सही नहीं आ। मेरे अंदर कई इरादे जो सही नहीं आ। रब सही, ओदा न्याय सही, ओदा नेम सही, पर हाय मैं पापी हाँ। कि मैं कोशिश करता हाँ, पर वो नेम मैं रख नहीं सकता, क्योंकि मेरे शरीर दे विच बुराई आ, मेरे शरीर दे विच पाप आ। सो जिहड़ी शरा आ उहदे राही असीं रब नाल सही नहीं हो सकदे। शरा सही आ, पर बंदा कमजोर आ। शरा समा के सानू होर दसदी कि की पाप आ, समा के पापां दी पहचान सानू करांदी आ। सो असीं की देखदे आ 21वीं आयत, पर हुण शरा दे बाजो परमेश्वर दा धर्म प्रगट होया है। शरा नबी ओदी गवाही भरदे आ। संत की कहंदा कि रब दा बहुत ज्यादा धन्नवाद। परमेश्वर इंसान की कमजोरी नूं जानदा। वो जानदा कि इंसान कमजोर आ, क्योंकि पाप बंदे नूं कमजोर बनांदी आ, ओदी आत्मा नूं कमजोर बनांदी आ। पर हुण बाइबल दसदी कि परमेश्वर ने राह बनाया। ये धर्म दा राह नहीं आ, ये राह आदमी ने नहीं बनाया, ये रब किसी संत गुरु ने नहीं बनाया, ये राह परमेश्वर ने बनाया। परमेश्वर जरा कि सारी दुनिया का रचन वाला, उसने कहा कि हर शख्स, हर एक इंसान परमेश्वर के नाल सही हो सकता है। परमेश्वर नूं दिलचस्पी आ इंसान नाल रिश्ता बनाने दे लई। परमेश्वर थानू अपने नौकर नहीं बनाना चाहता, वो थानू अपनी पुत धियां बनाना ही चाहता है। सो परमेश्वर राह बनाता ताकि इंसान परमेश्वर दे नाल सही हो सके। 21वीं आयत की कहती है, फिर तुम पढ़ के देखो, पर हुण शरा तो बिना मोसेस दी शरा तो परमेश्वर दा धर्म प्रगट होया। वो प्रगट होया जिहड़ा हुण सानू रब नाल सही बनाओ। किद्दां प्रगट होया? अते शरा नबी ओदी गवाही भरदे आ। ओह जिहदे बारे मोसेस ने कहा, ओह जिहदे बारे पैगंबरां ने कहा, वो प्रगट होया। वो कौन सी? जीसस। पुराना नेम जीसस की गल करदा कि कहूंगा। मोसेस कहंदा मेरे वर्गा एक होर पैगंबर आऊं।
कि ਜਿਹੜਾ ਮੇਰੇ ਤੋਂ ਵੀ ਬੜਾ ਹੋਊਗਾ, कि ਜਿਹੜਾ भी प्राणी ਉਹਦੀ नहीं सुनूंगा वो नाश किया जाऊंगा। पैगंबरां ने भी गवाही भरी। आइजाया की किताब देखो, आइजाया जो जीसस के आने को 700 साल पहला आया सी, आइजाया की पोथी जीसस बारे दसिया, ਉਹਦੇ मिशन बारे, ਉਹਦੀ मौत बारे, ਉਹਦੀ सलीबी मौत बारे, ਅਤੇ ਇਹ ਵੀ ਕਿ ਉਹ ਕੁਆਰੀ ਦੇ ਪੇਟੋਂ ਪੈਦਾ ਹੋਊਗਾ। ਸਾਰਾ ਕੁਝ ਦੱਸਿਆ ਕਿ ਨਾ ਪੈਗੰਬਰਾਂ ਨੇ ਉਹਦੇ ਬਾਰੇ ਦੱਸਿਆ। ਡੇਵਿਡ ਰੱਬ ਦਾ ਚੁਣਿਆ ਹੋਇਆ ਮਨਪਸੰਦ ਆਦਮੀ, ਜਿਹੜਾ ਕਿ ਰਾਜਾ ਸੀ, ਬਹੁਤ ਬੜਾ ਸੰਗੀਤਕਾਰ ਸੀ, ਬਹੁਤ ਬੜਾ ਗਾਇਕ ਸੀ, ਜਿਹਦੇ ਜ਼ਬੂਰ ਅਸੀਂ ਪੜ੍ਹਦੇ ਹਾਂ, ਅਤੇ ਉਹ ਰੱਬ ਦਾ ਬਹੁਤ ਬੜਾ ਪੈਗੰਬਰ ਵੀ ਸੀ। ਜਦੋਂ ਅਸੀਂ ਜ਼ਬੂਰ ਪੜ੍ਹਦੇ ਹਾਂ, ਜ਼ਬੂਰਾਂ ਦੇ ਵਿੱਚ ਵੀ ਜੀਸਸ ਬਾਰੇ ਲਿਖਿਆ ਕਿ ਉਹਦੀ ਦੇਹ ਗਲੂਗੀ ਨਹੀਂ। ਜ਼ਬੂਰ 'ਚ ਲਿਖਿਆ ਉਹਦੇ ਕੱਪੜਿਆਂ ਦੇ ਹਿੱਸੇ ਪਾਏ ਜਾਣਗੇ। ਜ਼ਬੂਰ 'ਚ ਇਹ ਵੀ ਲਿਖਿਆ ਉਹ ਪਿਆਸ ਲੱਗੂ ਤਾਂ ਉਹਨੂੰ ਸਿਰਕਾ ਦਿੱਤਾ ਜਾਊ। ਜੀਸਸ ਬਾਰੇ ਸਾਰਾ ਕੁਝ ਇਹਨਾਂ ਪੈਗੰਬਰਾਂ ਨੇ ਲਿਖਿਆ। ਉਹ ਜੀਸਸ ਪ੍ਰਗਟ ਹੋਇਆ ਜਿਹੜਾ ਕਿ ਸਾਨੂੰ ਪਰਮੇਸ਼ਵਰ ਦੇ ਨਾਲ ਸਹੀ ਬਣਾਊਗਾ। ਅਸੀਂ ਜੋ ਕਰ ਨਹੀਂ ਸੀ ਸਕਦੇ, ਹੁਣ ਜੀਸਸ ਦੁਆਰਾ ਅਸੀਂ ਕਰਾਂਗੇ। ਜੋ ਨੇਮ ਕਰ ਨਹੀਂ ਸੀ ਸਕਦਾ, ਉਹ ਹੁਣ ਜੀਸਸ ਕਰੂੰਗਾ, ਜਿਹਦੇ ਬਾਰੇ ਮੋਸਿਸ ਨੇ, ਸ਼ਰਾਂ ਨੇ ਅਤੇ ਜਿਹਦੇ ਬਾਰੇ ਪੈਗੰਬਰਾਂ ਨੇ ਗਵਾਹੀ ਭਰੀ ਸੀ। ਬਾਈਵੀਂ ਐਦ ਅਰਥਾਤ ਪਰਮੇਸ਼ਵਰ ਦਾ ਉਹ ਧਰਮ ਜਿਹੜਾ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਪਾਈਦਾ ਹੈ, ਉਹਨਾਂ ਸਭਨਾਂ ਲਈ ਹੈ ਜਿਹੜੇ ਵਿਸ਼ਵਾਸ ਕਰਦੇ ਹਨ, ਕਿਉਂ ਜੋ ਭਿੰਨ ਭੇਦ ਨਹੀਂ ਹੈ। ਰੱਬ ਦਾ ਅਸੀਂ ਫਿਰ ਤੋਂ ਧੰਨਵਾਦ ਕਰਦੇ। ਸੰਤ ਸਾਨੂੰ ਦੱਸ ਰਿਹਾ ਕਿ ਪਰਮੇਸ਼ਵਰ ਨੇ ਰਾਹ ਖੋਲਤਾ, ਸੰਗਲ ਤੋੜਤੇ, ਕਿ ਆਦਮੀ ਹੁਣ ਆਜ਼ਾਦ ਆ। ਆਦਮੀ ਹੁਣ ਨਿਆਂ ਦੇ ਥੱਲੇ ਨਹੀਂ ਆ। ਆਦਮੀ ਹੁਣ ਰੱਬ ਦੇ ਗੁੱਸੇ ਥੱਲੇ ਨਹੀਂ ਆ। ਕਿ ਆਦਮੀ ਹੁਣ ਜ਼ੋਰ ਨਾਲ ਗਾ ਸਕਦਾ ਕਿ ਮੈਂ ਆਜ਼ਾਦ ਆ, ਮੈਂ ਆਜ਼ਾਦ ਆ। ਧੰਨ ਪਰਮੇਸ਼ਵਰ ਦਾ ਕਿ ਜੀਸਸ ਨੇ ਮੈਨੂੰ ਆਜ਼ਾਦ ਕੀਤਾ। ਉਹ ਜਿਹੜੇ ਬੰਨਣ ਦੇ ਸੰਗਲ, ਗੁਨਾਹਾਂ ਦੇ ਸੰਗਲ, ਪਾਪ ਦੇ ਸੰਗਲ ਜੀਸਸ ਨੇ ਤੋੜ ਦਿੱਤੇ। ਕੀ ਲਿਖਿਆ ਬਾਈਬਲ ਐ ਅਰਥਾਤ ਪਰਮੇਸ਼ਵਰ ਦਾ ਉਹ ਧਰਮ ਜਿਹੜਾ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਪਾਈਦਾ, ਕਿਉਂਕਿ ਜੀਸਸ ਨੇ ਮੇਰੀ ਜਗ੍ਹਾ ਲਈ, ਮੇਰੇ ਲਈ ਉਹ ਸਲੀਬ ਤੇ ਮਰਿਆ। ਮੇਰੇ ਪਾਪ ਜਿਹੜੇ ਗੁਨਾਹ ਮੈਂ ਕੀਤੇ ਉਹਨੂੰ ਉਠਾਏ। ਜਿਹੜੀ ਸਜ਼ਾ ਮੇਰੇ ਤੇ ਆਉਣ ਵਾਲੀ ਸੀ, ਮੌਤ ਦੀ ਸਜ਼ਾ, ਉਹ ਜੀਸਸ ਤੇ ਆਈ ਅਤੇ ਹੁਣ ਮੈਂ ਉਹਦੇ ਵਿੱਚ ਵਿਸ਼ਵਾਸ ਕਰਨ ਦੁਆਰਾ ਰੱਬ ਨਾਲ ਸਹੀ ਹੋ ਸਕਦਾ ਹੈ, ਕਿਉਂਕਿ ਉਹ ਮੇਰੀ ਜਗ੍ਹਾ ਮਰਿਆ। ਉਸਨੇ ਰੱਬ ਦੇ ਗੁੱਸੇ ਨੂੰ ਠੰਡਾ ਕਰ ਦਿੱਤਾ। ਦੇਖੋ ਤਾਂ ਮੈਂ ਦੱਸਦਾ, ਰੱਬ ਨੂੰ ਤਸੱਲੀ ਨਹੀਂ ਹੁੰਦੀ ਜਦ ਤੱਕ ਉਹ ਪਾਪ ਨੂੰ ਸਜ਼ਾ ਨਾ ਦੇਵੇ। ਇੱਕ ਗੱਲ ਯਾਦ ਰੱਖਿਓ ਕਿ ਰੱਬ ਪਾਪ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਦਾ, ਅਤੇ ਬਾਈਬਲ ਦੱਸਦੀ ਕਿੰਨੀ ਨਫ਼ਰਤ ਕਰਦਾ। ਕੀ ਕਹਿੰਦੇ? ਪਾਪਾਂ ਦੀ ਸਜ਼ਾ ਮੌਤ ਹੈ। ਸਰੀਰ ਮੌਤ ਨਹੀਂ ਬਲਕਿ ਅਮਰ ਮੌਤ, ਨਰਕ ਦੇ ਵਿੱਚ। ਸੋ ਰੱਬ ਨੂੰ ਅੰਦਰੋਂ ਤਸੱਲੀ ਨਹੀਂ ਮਿਲਦੀ ਜਦ ਤੱਕ ਉਹ ਪਾਪ ਨੂੰ ਸਜ਼ਾ ਨਾ ਦੇਵੇ ਅਤੇ ਕੀਮਤ ਤਾਰੀ ਨਾ ਜਾਵੇ। ਕਿਹੜੀ ਕੀਮਤ? ਪਾਪਾਂ ਦੀ ਸਜ਼ਾ, ਮੌਤ। ਤਾਂ ਇੱਥੇ ਜੀਸਸ ਕ੍ਰਾਸ ਤੇ ਮਰੇ, ਉਸਨੇ ਕੀਮਤ ਤਾਰ ਦਿੱਤੀ ਜੋ ਰੱਬ ਚਾਹੁੰਦਾ ਸੀ। ਇੱਥੋਂ ਤੱਕ ਕਿ ਪਿਤਾ ਨੇ ਪਹਿਲੀ ਵਾਰੀ ਆਪਣੇ ਪੁੱਤ ਨੂੰ ਵਸਾਰਿਆ। ਸਲੀਬ ਤੇ ਜੀਸਸ ਦੁਹਾਈ ਦਿੰਦਾ, ਬਾਪੂ, ਓ ਮੇਰੇ ਬਾਪੂ, ਮੇਰੇ ਪਰਮੇਸ਼ਵਰ, ਕਿਉਂ ਤੂੰ ਮੈਨੂੰ ਤਿਆਗ ਦਿੱਤਾ? 3 ਘੰਟੇ ਤੱਕ ਹਨੇਰਾ ਰਿਹਾ ਜਦੋਂ ਜੀਸਸ ਸਲੀਬ ਤੇ ਸੀ। ਜ਼ਮੀਨ ਕੰਬੀ, ਪਛਾਣ ਆਇਆ, ਬਾਈਬਲ ਕਹਿੰਦੀ। ਇੱਥੇ ਅਸੀਂ ਦੇਖਦੇ ਰੱਬ ਦਾ ਪੂਰਾ ਕ੍ਰੋਧ, ਪੂਰਾ ਨਿਆਂ ਜੀਸਸ ਤੇ ਆਉਂਦਾ। ਇੱਥੋਂ ਤੱਕ ਕਿ ਹਨੇਰਾ ਛਾ ਜਾਂਦਾ
दिन दिहाड़े 12 बजे तो 3 बजे तक नेरा नेरा छा गया। इथों तक रब का गुस्सा इन्ना क्रोध सी कि सारी जमीन उत्थे हिलन लग पई। भुचाल आया। इत्थे जीसस ने कीमत तारी। हुण रब नूं तसल्ली होई, ओदा गुस्सा ठंडा होया। काहदे लई? क्योंकि कीमत तारी गई। जीसस ने अपना शरीर उस सलीब उत्ते कुर्बान किया। अपने उत्ते उसने मेरी ते थोड़ी मौत लई सजा भोगी ते हुण रब नूं तसल्ली हुई। किसी ने कीमत तारी। साडा संत सानू कह रहा कि हुण जीसस ते यकीन करन नाल कि वह परमेश्वर दा बेटा आ, मेरे पाप उठाए, मरिया, 3 दिन बाद वो जींदा होके आया। ओदे विच विश्वास करन द्वारा हुण मैनू जिंदगी मिलू। ओदे विच विश्वास करन द्वारा हुण मैं मुक्ति प्राप्त करूं। ये राह रब ने किहदे लई खोलिया? सारियां, सारे संसार लई। यहूदियां लई नहीं, यूनानियां लई नहीं, सारे संसार दे लई। क्या वचन सानू ये नहीं कहते कि परमेश्वर ने जगत के नाल इन्ना प्यार किया, किन्ना कि उसने अपने इकलौता पुत्र सलीब ते दिता। अते रब दा प्यार दुनिया च सारे रहंदियां लोकां लई, चाहे तुसीं शहरां दे रहण वाले जां पिंडां दे रहण वाले, उन्हां लई भी ਜਿਹੜੇ जंगलां च रहिंदे आ, जिथे भी इंसान आ उसने कल्ले कल्ले नूं प्यार किया। चाहे वह जंगलां च आ, चाहे वह शहरां च आ, चाहे वह पिंडां च आ, चाहे पहाड़ दियां चोटियां ते रहिंदा, जिथे भी इंसान आ उन कल्ले कल्ले नूं प्यार किया। अते कल्ले कल्ले लई उसने राह तैयार किया। किहड़ा राह? जीसस विश्वास द्वारा। क्योंकि जीसस ने कीमत तार दी। रब नूं तसल्ली हो गई कि किसी ने कीमत तार दी। सो की कहते 23वीं आयत, क्योंकि सबना ने पाप किया, परमेश्वर दे महिमा जा प्रताप तो वो रह गया जो किरपा है। मैं उस किरपा दे नाल उस निस्तारे कारण ओ दया जिस नाल निस्तारा, निस्तारा की किनू कहते आ जी? निस्तारे का मतलब कि अंग्रेजी बाइबल मुताबिक निस्तारे का मतलब छुटकारा। वो छुटकारा किदा रब दिंदा? कीमत तारण नाल। उन्हां जमानियां च जे नौकर जां गुलाम नूं आजाद करना होवे तां किसे नूं ओहदी कीमत देनी पैंदी सी। अते जदों कीमत तारी जाती सी तब बंदे नूं गुलामी तो छुड़ाया जाता सी। पहला कीमत तारनी पैंदी सी। सो इत्थे जदों बाइबल निस्तारे की गल करदी, ओहदा मतलब किसे ने कीमत तारी थानू आजाद करने लई। यह है निस्तारा। जीसस ने निस्तारा दिता, उन्हें अपनी कीमत दी ताकि तुसी छुट जाओ। तुसी गुलाम सी पाप दे, शैतान दे नौकर सी, पर उसने आजाद किया क्योंकि उसने कीमत तारी थोड़े खातर। उन्होंने कहते निस्तारा। सो दे द्वारा सानू की मिलता? निस्तारा, छुटकारा, क्योंकि किसी ने कीमत तारी। 24वीं उस कृपा नाल उस निस्तारे कारण जो यसु मसीह तो हुंदी है, वो मुफ्त धर्मी गिनी जाती है। वो निस्तारा, वो दया जो जीसस द्वारा सानू हुंदी आ। असी हुण परमेश्वर दे मोहरे धर्मी आ क्योंकि उसने सानू उहदे नाल सही बनाया। जिसनू परमेश्वर ने ओदे लहू ते विश्वास करन नाल प्रायश्चित ठहराया। प्रायश्चित ओ कुर्बानी जो परमेश्वर दे गुस्से नू तसल्ली दिंदी आ, ठंडा कर दी आ।
ਸੋ ਜੀਸਸ ਉਹ ਕੁਰਬਾਨੀ ਕੀਮਤ ਤਾਰ ਕੇ ਰੱਬ ਦਾ ਗੁੱਸਾ ਹੁਣ ਠੰਡਾ ਹੋਇਆ। ਹੁਣ ਜੀਸਸ ਦੇ ਵਿੱਚ ਜਦੋਂ ਮੈਂ ਲੁਕਦਾ ਆ, ਉਹਨੂੰ ਮੈਂ ਮੰਨਦਾ ਆ, ਹੁਣ ਮੇਰੇ ਉੱਤੇ ਰੱਬ ਦਾ ਗੁੱਸਾ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਕਿਸੇ ਨੇ ਰੱਬ ਨੂੰ ਕੀਮਤ ਦੇਤੀ ਮੇਰੀ ਜਗ੍ਹਾ। ਇਸ ਕਰਕੇ ਹੁਣ ਮੈਂ ਆਜ਼ਾਦ ਆ, ਰੱਬ ਮੇਰੇ ਨਾਲ ਖੁਸ਼ ਹੈ, ਕਿਉਂਕਿ ਹੁਣ ਮੈਂ ਆਪਣੀ ਜ਼ਿੰਦਗੀ ਉਹਦੇ ਬੇਟੇ ਜੀਸਸ ਵਿੱਚ ਬਤੀਤ ਕਰਦਾ। ਹੁਣ ਮੈਂ ਆਜ਼ਾਦ ਆ, ਛੁਟਕਾਰਾ ਮਿਲਿਆ, ਰੱਬ ਦੇ ਸੱਚੇ ਗੁੱਸੇ ਨੂੰ ਤਸੱਲੀ ਦਿੱਤੀ ਗਈ, ਕਿਉਂਕਿ ਕਿਸੇ ਨੇ ਕੀਮਤ ਤਾਰਤੀ। ਤਾਂ ਹੁਣ ਰੱਬ ਮੇਰੇ ਨਾਲ ਗੁੱਸੇ ਨਹੀਂ, ਕਿਉਂਕਿ ਜਿਹੜੀ ਕੀਮਤ ਮੈਂ ਦੇਣੀ ਸੀ ਕਿਸੇ ਹੋਰ ਨੇ ਦੇ ਦਿੱਤੀ। ਨਹੀਂ ਤਾਂ ਮੈਂ ਨਰਕ ਨੂੰ ਜਾਣਾ ਸੀ, ਪਰ ਮੇਰੀ ਮੌਤ ਖਾਤਰ ਕਿਸੇ ਨੇ ਆਪਣੀ ਮੌਤ ਦੇ ਦਿੱਤੀ। ਸੋ ਕੀ ਪ੍ਰਾਸ਼ਚਿਤ ਠਹਿਰਾਇਆ ਤਾਂ ਜੋ ਪਰਮੇਸ਼ਵਰ ਆਪਣੇ ਧਰਮ ਨੂੰ ਪ੍ਰਗਟ ਕਰੇ। ਇਸ ਲਈ ਉਸਨੇ ਆਪਣੀ ਮਾਫੀ ਨਾਲ ਪਿਛਲੇ ਸਮੇਂ ਕੀਤੇ ਹੋਏ ਪਾਪਾਂ ਤੋਂ ਅੱਖਾਂ ਫੇਰ ਲਈਆਂ। ਸੋ ਕੀ ਕਰਦੇ ਆ ਕਿ ਪਰਮੇਸ਼ਵਰ ਨੇ ਆਪਣੀ ਧੀਰਜ ਦੇ ਨਾਲ ਜਿਹੜੇ ਲੋਕਾਂ ਨੇ ਪਿੱਛੇ ਪਾਪ ਕੀਤੇ ਸੀ, ਉਹਨਾਂ ਆਪਣੀ ਅੱਖਾਂ ਦੂਰ ਕਰ ਲਈਆਂ ਉਹਨਾਂ ਦੇ ਪਾਪਾਂ ਤੋਂ। ਉਹਨਾਂ ਦੇ ਪਾਪਾਂ ਵੱਲ ਰੱਬ ਨੇ ਦੇਖਿਆ ਨਹੀਂ। ਕਹਾਂ ਅਸੀਂ ਪੜ੍ਹਦੇ ਹਾਂ 26ਵੀਂ ਐਤ, ਇਸ ਵਰਤਮਾਨ ਸਮੇਂ ਵਿੱਚ ਵੀ ਆਪਣੇ ਧਰਮ ਨੂੰ ਪ੍ਰਗਟ ਕਰੇ ਤਾਂ ਜੋ ਉਹ ਆਪ ਧਰਮੀ ਰਹੇ, ਨਾਲੇ ਉਹਨੂੰ ਧਰਮੀ ਠਹਿਰਾਏ ਜਿਹੜਾ ਯਿਸੂ ਤੇ ਵਿਸ਼ਵਾਸ ਕਰਦਾ। ਕਿ ਜੀਸਸ ਆਪ ਧਰਮੀ ਰਿਹਾ ਰੱਬ ਨਾਲ ਸਹੀ, ਕਿਉਂਕਿ ਉਹ ਰੱਬ ਨਾਲ ਸਹੀ ਰਿਹਾ, ਉਹ ਸਾਨੂੰ ਵੀ ਸਹੀ ਬਣਾ ਸਕਦਾ। ਕਿਉਂਕਿ ਇੱਕ ਅੰਨਾ ਦੂਏ ਅੰਨੇ ਨੂੰ ਰਾਹ ਨਹੀਂ ਦਿਖਾ ਸਕਦਾ। ਦੁਨੀਆ 'ਚ ਕੋਈ ਵੀ ਆਦਮੀ ਸਾਨੂੰ ਬਚਾ ਨਹੀਂ ਸਕਦਾ। ਕਿਉਂ? ਕਿਉਂਕਿ ਉਹਨੇ ਖੁਦ ਪਾਪ ਕੀਤਾ। ਜਿਹੜਾ ਪਾਪ ਦੇ ਵਿੱਚ ਜੰਮਿਆ ਉਹ ਮੈਨੂੰ ਕਿੱਦਾਂ ਬਚਾਊਗਾ? ਚਾਹੇ ਅਸੀਂ ਉਹਨੂੰ ਗੁਰੂ ਕਹੀਏ ਜਾਂ ਬੜਾ ਪੈਗੰਬਰ ਕਹੀਏ ਜਾਂ ਕੁਝ ਵੀ ਕਹੀਏ, ਉਹ ਸਾਰੇ ਪਾਪ ਵਿੱਚ ਪੈਦਾ ਹੋਏ, ਤਾਂ ਮੈਨੂੰ ਕਿੱਦਾਂ ਬਚਾਣਗੇ ਜਦੋਂ ਖੁਦ ਪਾਪ ਦੇ ਵਿੱਚ ਪੈਦਾ ਹੋਏ? ਜਦ ਖੁਦ ਉਹਨਾਂ ਦੇ ਸਰੀਰ ਦੇ ਵਿੱਚ ਵੀ ਪਾਪ ਆ, ਉਹ ਮੈਨੂੰ ਕਿੱਦਾਂ ਛਡਾਣਗੇ? ਪਰ ਇੱਥੇ ਅਸੀਂ ਜੀਸਸ ਬਾਰੇ ਪੜ੍ਹਦੇ ਹਾਂ ਕਿ ਉਹ ਪਰਮੇਸ਼ਵਰ ਦਾ ਬੇਟਾ ਸੀ, ਹੈ, ਉਹਦੇ ਵਿੱਚ ਕੋਈ ਪਾਪ ਨਹੀਂ ਸੀ, ਪਰ ਉਹ ਆਦਮੀ ਬਣ ਕੇ ਦੁਨੀਆ ਵਿੱਚ ਆਇਆ। ਹੁਣ ਉਹ ਆਦਮੀ ਦੇ ਸਰੀਰ ਦੇ ਵਿੱਚ ਹੈ, ਹੁਣ ਉਹਦੇ ਸਰੀਰ ਦੇ ਵਿੱਚ ਵੀ ਖਾਹਿਸ਼ਾਂ ਆ। ਪਰ ਬਾਈਬਲ ਕੀ ਦੱਸਦੀ ਕਿ ਉਹਨੇ ਪਾਪ ਕੀਤਾ ਨਹੀਂ, ਉਹ ਧਰਮੀ ਠਹਿਰਿਆ। ਉਹਨੂੰ ਵੀ ਗੁੱਸਾ ਆਇਆ, ਉਹਦੇ ਵਿੱਚ ਵੀ ਜਲਨ ਜਲਸੀ ਆਈ, ਪਰ ਇਹਨਾਂ ਚੀਜ਼ਾਂ ਨੂੰ ਉਹਨ ਰਾਜ ਨਹੀਂ ਕਰਨ ਦਿੱਤਾ। ਉਹਨ ਜਿੱਤਿਆ। ਜੀਸਸ ਨੇ ਕਿਹਾ ਸ਼ੈਤਾਨ ਆ ਰਿਹਾ, ਉਹਦਾ ਮੇਰੇ ਵਿੱਚ ਕੁਝ ਵੀ ਨਹੀਂ ਹੈ। ਉਹਨ ਜਿੱਤ ਪ੍ਰਾਪਤ ਕੀਤੀ, ਉਹ ਰੱਬ ਨਾਲ ਸਹੀ ਰਿਹਾ। ਉਹਦੇ ਅੰਦਰ ਡਰ ਵੀ ਪੈਦਾ ਹੋਇਆ, ਜਿਸ ਤਰ੍ਹਾਂ ਮੇਰੇ ਤਾਂ ਤੁਹਾਡੇ ਵਿੱਚ ਡਰ ਪੈਦਾ ਹੁੰਦਾ। ਗੈਥਸੇਮਨੀ ਵਿੱਚ ਕਹਿੰਦਾ, ਪਿਤਾ ਅਗਰ ਹੋ ਸਕਦਾ ਹੈ ਪਿਆਲਾ ਮੇਰੇ ਤੋਂ ਦੂਰ ਲੈ ਜਾ, ਸਲੀਬ ਦਾ ਪਿਆਲਾ। ਕਿਉਂਕਿ ਜੀਸਸ ਹੁਣ ਆਦਮੀ ਵੀ ਹੈ, ਆਦਮੀ ਵਾਂਗ ਉਹਦੇ ਦਿਲ 'ਚ ਡਰ ਵੀ ਹੈ। ਉਹ ਇਸ ਡਰ ਤੋਂ ਨੱਠ ਸਕਦਾ ਸੀ, ਬਚ ਸਕਦਾ ਸੀ, ਕਹਿ ਸਕਦਾ ਸੀ ਮੈਂ ਸਲੀਬ ਨਹੀਂ ਚੜ੍ਹਨਾ, ਪਰ ਉਹਨ ਰੱਬ ਦੀ ਮਰਜ਼ੀ ਪੂਰੀ ਹੋਣ ਦੀ। ਸੋ ਜੀਸਸ ਡਿੱਗਿਆ ਨਹੀਂ। 40 ਦਿਨ ਵਰਤ ਰੱਖਿਆ, ਸ਼ੈਤਾਨ ਆਇਆ, ਸ਼ੈਤਾਨ ਨੇ ਪਰਤਾਇਆ, ਪਰ ਜੀਸਸ ਡਿੱਗਿਆ ਨਹੀਂ। ਲੋਕਾਂ ਨੇ ਗਾਲਾਂ ਕੱਢੀਆਂ, ਦਾੜੀ ਪੁੱਟੀ, ਮੂੰਹ ਤੇ ਥੁੱਕਿਆ, ਪਰ ਜੀਸਸ ਡਿੱਗਿਆ ਨਹੀਂ, ਕੋਈ ਬੁਰਾ ਬਚਨ ਨਹੀਂ ਬੋਲਿਆ। ਸੋ ਜੀਸਸ ਇਸ ਦੁਨੀਆ ਵਿੱਚ ਜਿਹੜੀ ਜ਼ਿੰਦਗੀ ਬਿਤਾਈ ਕੀ ਰਿਹਾ? ਰੱਬ ਨਾਲ ਸਹੀ, ਧਰਮੀ। ਕਿਉਂਕਿ ਉਹ ਖੁਦ ਧਰਮੀ ਰਿਹਾ ਰੱਬ ਦੇ ਨਾਲ, ਉਹ ਮੈਨੂੰ ਵੀ ਧਰਮੀ ਬਣਾ ਸਕਦਾ। ਸੋ ਹੁਣ ਕਮਾਂਡ ਕਿੱਥੇ? ਉਹ ਤਾਂ ਰਹਿ ਗਿਆ ਨਾ। ਕਿਹੋ ਜਿਹੀ ਵਿਧੀ ਨਾਲ? ਕਰਮਾਂ ਦੀ ਨਹੀਂ, 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 ਵਿਸ਼ਵਾਸ ਦੀ ਵਿਧੀ ਨਾਲ। ਕਿੱਥੇ ਹੰਕਾਰ? ਹੁਣ ਹੰਕਾਰ ਨਹੀਂ ਆ, ਕਿਉਂਕਿ ਤੁਸੀਂ ਆਪਣੇ ਕੰਮਾਂ ਨਾਲ ਨਹੀਂ ਬਚਾਏ ਜਾਂਦੇ। ਜੇ ਤੁਸੀਂ ਸੋਚੋ ਮੇਰੇ ਚੰਗੇ ਕੰਮ ਮੈਨੂੰ ਸਵਰਗ 'ਚ ਲੈ ਜਾਣਗੇ, ਗਲਤ ਆ। ਕਿਹੜੇ ਚੰਗੇ ਕੰਮ? 10, 20, 25 ਦਿਨ ਦੇ ਵਿੱਚ ਜਿਹੜੇ ਬੁਰੇ ਕੰਮ ਨਾਲ ਤੁਸੀਂ ਚੰਗੇ ਕੰਮਾਂ ਦੇ ਕਰਦੇ, ਉਹਦਾ ਲੇਖਾ ਕੌਣ ਦੋ? ਸੋ ਸਾਡੇ ਕਰਮ ਸਾਨੂੰ ਸਵਰਗ 'ਚ ਨਹੀਂ ਲਿਜਾ ਸਕਦੇ। ਧਰਮ ਦੇ ਲੋਕ ਸਦੀਆਂ ਤੋਂ ਕੋਸ਼ਿਸ਼ ਕਰਦੇ ਆਏ,
कि चंगे काम करिए स्वर्ग में जावांगे, रब साडे लागे आओ पर रब लागे नहीं आया, क्योंकि धर्म चंगे काम थानू बचा नहीं सकता, थानू परमेश्वर की किरपा की जरूरत है। कर्मां दे राही नहीं हुण बंदा हकार नहीं कर सकता मैं बचाया गया इस करके नहीं कि मैं चंगे काम कीते, क्यों बाइबल तो पहले कह चुकी कोई भी नहीं चंगा, सारिया ने पाप किया है। पर मैं कितना बचाया गया, क्योंकि मैं यकीन किया कि जीसस रब दा बेटा मेरे खातरों मरिया, ਉਹ ਤੋਂ मैं अपने पापों की माफी मंगी ਅਤੇ ਕਿਹਾ ਹੁਣ ਤੋਂ मैं ਉਹਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰੂ, ਹੁਣ मैं रब नाल सही हाँ, तो हुण मैं हंकार नहीं कर सकता कि मेरे चंगे कामां ने मैनू बचाया। हुण मैं ये गल कह सकदा मैं बचाया गया पर उसदी दया नाल। तुसीं सुनिया अपने लोकी हमेशा कामां दी गल, ना जी इस तां कदे सिगरटां नहीं पींदे, साडे घर च ना जी कदे शराब नहीं, असीं तां बहुत चंगे पवित्र लोग आ। नहीं माई मेरे दोस्त, कोई भी नहीं चंगा। क्या तुसीं सच्ची चंगे आ? अपने अंदर नजर मारो, थोड़ियां सोचा किदां ਦੀਆਂ, थोड़े विचार किदां दे आ। ਜਦੋਂ कोई थानू गुस्से करदा हो सके मूहों तुसीं गाल नहीं कड्डी, पर तुसीं अपने अंदर की सोचिया? क्यों बाइबल दसदी है साडियां सोच जो साडे अंदर है ਉਹਦਾ भी लेखा रब मोरे देना पैना। सो हुण हंकार नहीं, बाइबल साने कहानी दसदी, सच्ची कहानी कहानी जी जीसस ने तो सच्ची नहीं बल्कि कहावत या दृष्टांत जिन्हों कहा जाता, कहानी जिहदा मतलब होवे। जीसस ने कहा कि दो बंदे रब दे मंदिर नूं जांदे आ इजराइल दे परमेश्वर मोरे, एक तो पादरी साहब आ ग्रंथी साहब, वो रब दे मोरे खड़ा हो कहंदा प्रभु प्रभु मैं तो बहुत चंगा आदमी, मैं इस बंदे वर्गा नहीं, आ जड़ा नाल खड़ा मसूल लैंदा या टैक्स लैंदा, मैं वर्त रखदा, अपने पैसे चो 10वां हिस्सा मैं रब नूं दिंदा। उसने रब नूं बड़ी सारी लिस्ट दसी, रब मैं आ करदा, रब मैं ओ करदा, रब मैं तेरे लिए आह करदा। फिर जड़ा नाल खड़ा आदमी सी उन प्रार्थना की, उन अपनी अखां स्वर्ग वाल भी नहीं कीतियां, ओदी अखां थल्ले जमीन ते गड्डियां रहियां, ओदी प्रार्थना निक्की जही सी, कहंदा ए परमेश्वर मैं पापी हाँ मेरे ते दया कर। सो किहड़े बंदे ने रब नूं खुश कीता? ओ जिन कहा मैं पापी हाँ, जिहड़ा मनदा कि वो गुनाहगार। पर जे तुसी रब दे मोरे बड़ी लिस्ट दियो, मैं आ कीता मैं फलाना कीता, मेरे दोस्त रब ने थोड़े वाल देखना भी नहीं, क्योंकि कोई भी नहीं चंगा, एक भी नहीं चंगा। सो संत कहता किथे गया हंकार, किथे आ थोड़ा हंकार? हुण तुसी कह भी नहीं सकते मैं आ कीता मैं फलाना कीता मैं आ करदा मैं आ करदा। तुसी अपने कम्मां नाल नहीं बचाए गए, बल्कि दया नाल, कि परमेश्वर ने दया की। इस करके तुसी बचे अपने चंगे कामां करके नहीं, क्योंकि थोड़े 20 चंगे काम रोज दे होंगे पर 40-50 मंदे काम भी नाल ही आ। सो आदमी चंगा नहीं, चंगा वो जिहड़ा कदे भी नहीं माड़ा करदा। फिर तो पढ़दे सो हुण घमंड किथे किथे गया हंकार? संत कहंदा किथे है हंकार, घमंड किथे है? वो तो रह गया ना, क्योंकि मैं दसिया कि आदमी कमां नाल नहीं बचाया जांदा। किहो जी विधि नाल किद्दां असीं बचाए गए? कर्मां दे नाल? नहीं 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 नहीं, सगों विश्वास नाल, विश्वास की विधि नाल। इसलिए असीं ये विचारते हैं भई मनुख शरां दे कर्मां तो बाद विश्वास नाल धर्मी ठहराया जांदा, बिना मोसेस दे दिते हुई भविष्यता दे बिना जीसस विच यकीन रखण नाल अते ओहदे विच रहण नाल तुसी जीवन प्राप्त कर सकते। थोड़ा रिश्ता अज ऐसी वेले रब नाल सही हो सकता। यहूदियों ने कहा जीसस नूं असी की काम करिए, असी रब दे काम करना चाहते हैं। जीसस ने कहा रब दा काम है ओते विश्वास करना जिन्हों उसने भेजिया जगत।
रब दा काम की आ? अगर मैं परमेश्वर दा काम करना चाहना, ओदा काम है कि मैं ओदे पुत जीसस नूं मनना, जिन की मकतारी रब दे गुस्से नूं ठंडा कीता, रब नूं तसल्ली होई, कुर्बानी नाल रब खुश होया। फिर तू 29वीं आयत, अथवा की परमेश्वर नेरा यहूदियां दा है, पराइयां कौमां दा नहीं? हाँ, पराइयां कौमां दा है। ये रब कला यहूदियां दा नहीं, सारियां दा है। ये जुदी जुदी रब नहीं है, रब कला एक है। क्यों? जो परमेश्वर एक है, ਜਿਹੜਾ ਸੁਣਤੀਆਂ ਨੂੰ ਵਿਸ਼ਵਾਸ ਤੋਂ ਅਨਸੁਣਤੀਆਂ ਨੂੰ ਵਿਸ਼ਵਾਸ ਦੇ ਰਾਹੀਂ ਧਰਮੀ ਠਹਿਰੇਗਾ। ਜਿਹੜੇ ਯਹੂਦੀ ਆ ਉਹਨਾਂ ਨੂੰ ਵੀ, ਜਿਹੜੇ ਸੁਣਤੀ ਆ, ਜਿਹੜੇ ਅਸੁਣਤੀ ਆ, ਪਰਾਈਆਂ ਕੌਮਾਂ, ਉਹਨਾਂ ਨੂੰ ਵੀ ਕਿਸ ਆਧਾਰ ਤੇ ਸਹੀ ਬਣਾਏਗਾ? ਵਿਸ਼ਵਾਸ ਦੇ ਆਧਾਰ ਤੇ। ਉਪਰੰਤ ਕੀ ਅਸੀਂ ਸ਼ਰਾਂ ਨੂੰ ਵਿਸ਼ਵਾਸ ਤੋਂ ਅਵਿਰਸਾ ਕਰਦੇ ਹਾਂ? ਕਦੇ ਨਹੀਂ। ਅਸੀਂ ਤਾਂ ਸਭ ਕੇ ਸ਼ਰਾਂ ਨੂੰ ਰੱਖਦੇ। ਸ਼ਰਾਂ ਨੇ ਜੀਸਸ ਬਾਰੇ ਦੱਸਿਆ, ਅਸੀਂ ਉਹ ਜੀਸਸ ਤੇ ਯਕੀਨ ਕਰਦੇ ਹਾਂ ਜਿਹੜਾ ਸ਼ਰਾਂ ਦੇ ਥੱਲੇ ਪੈਦਾ ਹੋਇਆ ਤੇ ਸਾਨੂੰ ਰੱਬ ਨਾਲ ਸਹੀ ਕੀਤਾ। ਸ਼ੁਕਰੀਆ ਪਰਮੇਸ਼ਵਰ। ਅੱਜ ਅਸੀਂ ਰੱਬ ਦਾ ਕੰਮ ਕਰਨਾ ਚਾਹੁੰਦੇ ਹਾਂ। ਰੱਬ ਦਾ ਕੰਮ ਉਹ ਤੇ ਯਕੀਨ ਕਰਨਾ ਜਿਹਨੂੰ ਤੁਸੀਂ ਜਗਤ ਵਿੱਚ ਭੇਜਿਆ। ਅੱਜ ਪਰਮੇਸ਼ਵਰ ਅਸੀਂ ਯਕੀਨ ਕਰਦੇ ਹਾਂ ਕਿ ਜੀਸਸ ਤੁਹਾਡਾ ਬੇਟਾ ਹੈ। ਅੱਜ ਅਸੀਂ ਤੁਹਾਡੇ ਭੇਜੇ ਹੋਏ ਮਸੀਹ ਕੀਤੇ ਹੋਏ ਬੇਟੇ ਜੀਸਸ ਤੇ ਯਕੀਨ ਕਰਦੇ ਹਾਂ। ਅਸੀਂ ਮੰਨਦੇ ਹੋ ਸਲੀਬ ਤੇ ਮੇਰੀ ਜਗ੍ਹਾ ਮਰਿਆ, ਕੀਮਤ ਤਾਰੀ। ਉਹ ਜੋ ਗੁੱਸਾ ਮੇਰੇ ਤੇ ਆਉਣ ਵਾਲਾ ਸੀ ਉਹਦੇ ਤੇ ਆਇਆ। ਪਰਮੇਸ਼ਵਰ ਮੈਂ ਯਕੀਨ ਕਰਦਾ ਕਿ ਜੀਸਸ ਮਰ ਕੇ ਜੀਂਦੇ ਪਰਮੇਸ਼ਵਰ ਦੇ ਸੱਜੇ ਹੱਥ ਤੇ ਸਵਰਗ ਵਿੱਚ ਬੈਠੇ, ਸਾਰੀਆਂ ਤਾਕਤਾਂ, ਸ਼ਕਤੀਆਂ, ਹਕੂਮਤਾਂ ਉਹਦੇ ਚਰਨਾਂ ਥੱਲੇ ਪਰਮੇਸ਼ਵਰ ਨੇ ਰੱਖੀਆਂ। हे परमेश्वर, ਅਸੀਂ ਮੰਨਦੇ ਹਾਂ ਕਿ ਉਹਦੀ ਕੁਰਬਾਨੀ ਸਾਨੂੰ ਬਚਾ ਸਕਦੀ ਹੈ। ਜੀਸਸ ਸਾਡੀਆਂ ਆਤਮਾਵਾਂ ਨੂੰ ਬਚਾ। ਜਾਣਦੇ ਹੋਏ ਅਸੀਂ ਤੁਹਾਡੇ ਰਾਹੀਂ ਪਰਮੇਸ਼ਵਰ ਦੇ ਨਾਲ ਸਹੀ ਹੋ ਸਕਦੇ ਹਾਂ। ਇਜ਼ਰਾਈਲ ਦੇ ਪਰਮੇਸ਼ਵਰ ਸਾਰਿਆਂ ਨੂੰ ਬਰਕਤ ਦੇ ਜੋ ਤੁਹਾਡੇ ਵਚਨ ਸੁਣਦੇ, ਉਹਨਾਂ ਨੂੰ ਬਚਾ, ਉਹਨਾਂ ਨੂੰ ਆਪਣੇ ਲਾਗੇ ਲੈ ਕੇ ਆ। ਇਹ ਚੀਜ਼ਾਂ ਅਸੀਂ ਜੀਸਸ ਨਾਮ ਦੁਆਰਾ ਮੰਗਦੇ ਹਾਂ। ਜਿਸ ਤਰ੍ਹਾਂ ਅਸੀਂ ਪ੍ਰਭੂ ਦੀ ਪ੍ਰਾਰਥਨਾ ਕਰਦੇ, ਸਭਨਾਂ ਨੂੰ ਛੂ ਬਰਕਤ ਦੇ। ਸਾਡੇ ਪਿਤਾ ਜੋ ਸਵਰਗ ਵਿੱਚ ਹਨ, ਤੁਹਾਡਾ ਨਾਮ ਪਵਿੱਤਰ ਮੰਨਿਆ ਜਾਏ। ਤੁਹਾਡਾ ਰਾਜ ਆਵੇ, ਤੁਹਾਡੇ ਹੁਕਮਾਂ ਤੇ ਚੱਲਿਆ ਜਾਏ, ਜ਼ਮੀਨ ਤੇ ਜਿਸ ਤਰ੍ਹਾਂ ਸਵਰਗ ਵਿੱਚ ਹੈ। ਪਰਮੇਸ਼ਵਰ ਸਾਨੂੰ ਅੱਜ ਦਾ ਖਾਣਾ ਦਿਓ। ਸਾਡੇ ਪਾਪਾਂ ਨੂੰ ਮਾਫ ਕਰੋ, ਅਸੀਂ ਸਾਰਿਆਂ ਨੂੰ ਮਾਫ ਕਰਦੇ ਜਿਨੀ ਸਾਡੇ ਖਿਲਾਫ ਪਾਪ ਕੀਤੇ। ਸਾਨੂੰ ਪਰੀਖਿਆ ਵਿੱਚ ਪੈਣ ਤੋਂ ਬਚਾਓ, ਬੁਰਾਈ ਤੋਂ ਬਚਾਓ। ਤੁਹਾਡਾ ਹੈ ਰਾਜ, ਮਹਿਮਾ, ਸ਼ਕਤੀ ਸਾਡੇ ਪ੍ਰਭੂ ਜੀਸਸ ਦੁਆਰਾ। ਪਿਤਾ ਯਹੋਵਾ, ਉਹਨਾਂ ਦਾ ਬੇਟਾ ਜੀਸਸ, ਪਵਿੱਤਰ ਆਤਮਾ ਦੀ ਸ਼ਕਤੀ, ਸ਼ਾਂਤੀ, ਆਸ਼ੀਰਵਾਦ ਆਵੇ ਜੀਸਸ ਨਾਮ ਦੁਆਰਾ।